मिलै सुख नाम हर शोभा, चिंता लाहे हमारी। अवर ना सूझै दूजी ठाहर, हार परयो तो द्वारी। लेखा छोड़ हलेख छूट, हम निर्गुण लेहो उबारी। सद बख्शंद सदा मेहरवाना, सबना दे आधारी। नानक दास संत पाछै परयो, राख ले होए बारी। होवै सिफत खसमदी, नूर अर्शों कुरशों छटियै। तुद डिठे सच्चे पातशाह, मल जन्म जन्म दे कटियै। वाहिगुरु साहिब जीओ, गुरमुख हौ मैं पर हरै। मन भावै खसमै दा भाणा, पैरी पै पा खाक होए। दरगह पावै मान निमाणा, वर्तमान विच वरतदा। होवण हार सोई परवाणा, कारण करता जो करै। सिर धर मन करै शुकराना, राजी होए रजाए विच। दुनिया अंदर जो मेहमाना, विसमादी विसमाद विच। कुदरत कादर नो कुर्बाना, लेप अलेप सदा निर्वाणा। हुक्मी बंदा होए कै साहिब दे, हुक्मै विच रहना। हुक्मै अंदर सब को, सबना आवटन है सहना। दिल दरियाओ समाओ कर, गर्भ गवाए गरीबी बहना। विह इक ही उलंग कै, साध संगत सिंहासन बहना। शब्द सुरत लिव लीन होए, अनभव अकड़ कड़ाए गहना। सिदक सबूरी साबतां, शाकर शुकर न देना लहना। नीक न डुबण अगना दहना, नीक न डुबण अगना दहना। वाहिगुरु जी का खालसा, वाहिगुरु जी की फतेह। सतगुरु दसां पातशाहियां दे प्रगट स्वरूप, समर्थ सतगुरु दीन दुनिया दे मालक श्री गुरु ग्रंथ साहिब पातशाह जी दे चरनां विच जुड़े बैठे
ਸਨਮਾਨਯੋਗ ਸਾਧ ਸੰਗਤ ਜੀਓ, ਹਜ਼ੂਰ ਨੇ ਬਖਸ਼ਿਸ਼ ਕੀਤੀ, ਆਪਣੇ ਚਰਨਾਂ ਵਿੱਚ ਬਹਿਣ ਦਾ ਸੁਭਾਗ ਬਖਸ਼ਿਆ। ਅੱਜ ਦੇ ਇਸ ਸਮੇਂ ਵਿੱਚ ਭਾਈ ਗੁਰਦਾਸ ਦੁਆਰਾ ਉਚਾਰਨ ਕੀਤੀ ਹੋਈ ਬਾਣੀ 18ਵੀਂ ਵਾਰ ਦੇ 21 ਔਰ 22 ਨੰਬਰ ਪੌੜੀਆਂ ਇਹਨਾਂ ਅਮੋਲਕ ਬਚਨਾਂ ਨੂੰ ਹਿਰਦੇ ਵਿੱਚ ਧਾਰਨ ਕਰਨਾ ਹੈ। ਇਹਨਾਂ ਦੋਹਾਂ ਹੀ ਪੌੜੀਆਂ ਵਿੱਚ ਭਾਈ ਸਾਹਿਬ ਨੇ ਗੁਰਮੁਖ ਦੀ ਅਵਸਥਾ ਔਰ ਉਸ ਅਵਸਥਾ ਤੱਕ ਉਹ ਕਿਵੇਂ ਪਹੁੰਚੇ, ਉਸ ਸਾਧਨ ਦਾ ਇਹਦੇ ਵਿੱਚ ਵਰਣਨ ਕੀਤਾ ਗਿਆ। ਉਹ ਕਿਹੜਾ ਰਾਹ ਹੈ, ਉਹ ਕਿਹੜੀ ਸੜਕ ਹੈ, ਉਹ ਕਿਹੜਾ ਮਾਰਗ ਹੈ ਜਿਹਦੇ ਰਾਹੀਂ ਉਹਨੂੰ ਅਕਾਲ ਪੁਰਖ ਦੇ ਘਰ ਵਿੱਚ ਪ੍ਰਵਾਨਗੀ ਮਿਲੀ, ਉਹਦੇ ਘਰ ਵਿੱਚ ਥਾਂ ਮਿਲੀ। ਕਿਉਂਕਿ ਗੁਰਮਤਿ ਦੇ ਅੰਦਰ ਭਾਵੇਂ ਕਈ ਲਫ਼ਜ਼ ਵਰਤੇ ਗਏ ਨੇ ਸਾਧਨਾ ਪੱਖ ਦੇ, ਗੁਰਦੁਆਰੇ ਚੱਲ ਕੇ ਆਉਣਾ, ਸੇਵਾ ਕਰਨੀ, ਬਾਣੀ ਪੜ੍ਹਨੀ, ਸਿਮਰਨ ਕਰਨਾ, ਇਹ ਸਾਰੇ ਸਾਧਨ ਤਾਂ ਦੱਸੇ ਨੇ। ਪਰ ਜੇ ਇਹਨਾਂ ਸਾਰਿਆਂ ਨੂੰ ਇੱਕ ਥਾਂ ਤੇ ਇਕੱਠਾ ਕਰ ਦਈਏ, ਉਹਦਾ ਇੱਕ ਲਫ਼ਜ਼ ਬਣਦਾ, ਉਹਨੂੰ ਕਹਿੰਦੇ ਨੇ ਗੁਰੂ ਦੇ ਭਾਣੇ ਵਿੱਚ ਰਹਿਣਾ, ਗੁਰੂ ਦੇ ਹੁਕਮ ਦੇ ਵਿੱਚ ਤੁਰਨਾ। ਇਹ ਲਫ਼ਜ਼ ਵਰਤੇ ਜਾਣਗੇ। ਅੱਗੇ ਜਾ ਕੇ ਦੇ ਅਰਥ ਹੋਰ ਤਬਦੀਲ ਹੁੰਦੇ ਜਾਂਦੇ। ਜਪਜੀ ਸਾਹਿਬ ਦੀ ਪਹਿਲੀ ਪੌੜੀ ਵਿੱਚ ਗੁਰੂ ਸਾਹਿਬ ਨੇ ਇੱਕ ਸਵਾਲ ਕੀਤਾ ਤੇ ਉਸ ਸਵਾਲ ਦੇ ਜਵਾਬ ਵਿੱਚ ਸਾਰਾ ਗੁਰੂ ਗ੍ਰੰਥ ਸਾਹਿਬ ਉਚਾਰਿਆ। ਇੱਕੋ ਹੀ ਸਵਾਲ ਹੈ, ਸਾਰਾ ਉਹ ਹੀ ਸਵਾਲ ਜਿਹੜਾ ਉਹਦੇ ਜਵਾਬ ਵਿੱਚ ਜਿੰਨੀ ਬਾਣੀ, ਭਗਤਾਂ ਦੀ ਬਾਣੀ, ਗੁਰਸਿੱਖਾਂ ਦੀ ਬਾਣੀ, ਗੁਰੂ ਸਾਹਿਬ ਦੀ ਬਾਣੀ, ਸਾਰੀ ਉਹਦੇ ਜਵਾਬ ਦੇ ਵਿੱਚ ਉਚਾਰੀ, ਕਿਉਂਕਿ ਉਹ ਹੀ ਸਵਾਲ ਹੈ ਸਾਡੀ ਜ਼ਿੰਦਗੀ ਦਾ, ਹੋਰ ਕੋਈ ਸਵਾਲ ਨਹੀਂ। ਬਾਕੀ ਦੇ ਜਿੰਨੇ ਮਰਜ਼ੀ ਸਵਾਲ ਨੇ ਉਹ ਕੋਈ ਬਹੁਤੇ ਪਾਏਦਾਰ ਨਹੀਂ। ਉਸ ਪੌੜੀ ਦਾ ਇੱਕੋ ਹੀ ਸਵਾਲ ਹੈ ਵੀ ਕਿਵ ਸਚਿਆਰਾ ਹੋਈਐ, ਕਿਵ ਕੂੜੈ ਟੁੱਟੈ ਪਾਲ। ਆ ਇੱਕੋ ਹੀ ਸਵਾਲ ਹੈ, ਜਿਹੜਾ ਇਹਦਾ ਹੱਲ ਕਰ ਗਿਆ ਉਹਦਾ ਪਾਰ ਉਤਾਰਾ ਹੋ ਗਿਆ ਜ਼ਮੀਨ ਤੇ। ਸਚਿਆਰ ਕਿਵੇਂ ਹੋਈਏ ਤੇ ਝੂਠ ਦੀ ਅੰਦਰੋਂ ਜਿਹੜੀ ਕੰਧ ਹੈ ਉਹ ਕਿਵੇਂ ਟੁੱਟੇ। ਸਚਿਆਰ ਦਾ ਮਤਲਬ ਕੀ ਹੈ? ਸਚਿਆਰ ਦਾ ਭਾਵ ਅਰਥ ਜੇ ਸਿੱਧਾ ਲਓ ਤੇ ਆਪਾਂ ਕਹਿੰਦੇ ਹਾਂ ਫਲਾਣਾ ਆਦਮੀ ਬਹੁਤ ਸੱਚਾ ਹੈ, ਸੱਚ ਬੋਲਦਾ ਹੈ। ਪਰ ਇੱਥੇ ਸੱਚ ਦੇ ਅਰਥ ਉਹਦੇ ਤੋਂ ਅੱਗੇ ਚਲੇ ਜਾਂਦੇ ਨੇ। ਸੱਚ ਬੋਲਣਾ ਇੱਕ ਕੰਮ ਹੈ, ਸੱਚ ਬਹੁਤ ਵੱਡੀ ਸ਼ਕਤੀ ਹੈ। ਪਰ ਇੱਥੇ ਸੱਚ ਦੇ ਅਰਥ ਨੇ, ਇਉਂ ਕਹਿ ਲਈਏ, ਵਿਕਾਰਾਂ ਤੋਂ ਰਹਿਤ ਜੀਵਨ। ਇੱਥੇ ਸੱਚ ਦੇ ਅਰਥ ਨੇ ਨਹਾਤਾ ਧੋਤਾ ਮਨੁੱਖ, ਬਾਹਰੋਂ ਨਹੀਂ ਅੰਦਰੋਂ, ਉਹਨੂੰ ਕਹਿੰਦੇ ਸਚਿਆਰ। ਸੱਚ ਕਿਵੇਂ ਜਾਣੀਦਾ? ਤੁਸੀਂ ਆਸਾ ਦੀ ਵਾਰ ਵਿੱਚ ਸਵੇਰੇ ਸੁਣੋਗੇ, ਸੱਚ ਤਾਂ ਪਰ ਜਾਣੀਐ, ਉਹਦਾ ਪਤਾ ਕਿਵੇਂ ਲੱਗੇ। ਬੜੇ ਬੜੇ ਲਫ਼ਜ਼ ਨੇ ਜਿਨ੍ਹਾਂ ਨੂੰ ਅਸੀਂ ਸਾਰੀ ਉਮਰ ਦੁਹਰਾਉਂਦੇ ਰਹਿੰਦੇ ਹਾਂ, ਪਰ ਉਹਦੇ ਵਿੱਚੋਂ ਉਹਦੀ ਸਮਝ ਨਹੀਂ ਲੱਗਦੀ ਵੀ ਹੈ ਕੀ। ਉਸ ਸੱਚ ਦਾ ਪਤਾ ਕਿਵੇਂ ਲੱਗੇਗਾ? ਮਹਾਰਾਜ ਕਹਿੰਦੇ ਸੱਚ ਤਾਂ ਪਰ ਜਾਣੀਐ ਜਾਂ ਹਿਰਦੈ ਸੱਚਾ ਹੋਏ। ਸੱਚੇ ਦਾ ਅਰਥ ਹੈ ਸੁੱਚਾ, ਸਾਫ਼, ਸ਼ੁੱਧ। ਕਿਉਂਕਿ ਬਾਣੀ ਪੜ੍ਹੋ, ਸੁੱਚ ਹੋਵੇ ਤਾਂ ਸੱਚ ਪਾਈਐ। ਸੁੱਚ ਤਾਂ ਹੋਣੀ ਹੈ ਜੇ ਸੱਚ ਨੇ ਅੰਦਰ ਵਸਣਾ। ਭਾਵੇਂ ਕਿ ਇਹ ਸੁੱਚ ਲਫ਼ਜ਼, ਇਹਦਾ ਅਰਥ ਇਹ ਨਹੀਂ ਕਰਨਾ ਵੀ ਸਿੱਖ ਨੂੰ ਸਰੀਰ ਦੀ ਸੁੱਚ ਦੀ ਲੋੜ ਨਹੀਂ ਹੈ। ਨਹੀਂ, ਸਰੀਰ ਦੀ ਸੁੱਚ ਜ਼ਰੂਰ ਰੱਖਣੀ ਹੈ। ਇਸ਼ਨਾਨ ਕਰਨਾ ਹੈ, ਵਸਤਰ ਸਾਫ਼ ਰੱਖਣੇ ਨੇ,
ਆਪਣੇ ਸਰੀਰ ਨੂੰ ਤਿਆਰ ਬਰ ਤਿਆਰ ਰੱਖਣਾ 24 ਘੰਟੇ, ਕਿਉਂਕਿ ਇਹ ਤੇ ਯੰਤਰ ਹੈ ਨਾ, ਖਾਸ ਕਰਕੇ ਜਿਹਨੇ ਬੰਦਗੀ ਕਰਨੀ ਉਹਦੇ ਵਾਸਤੇ ਤੇ ਇਹ ਸਾਧ ਸੰਗਤ ਉਹਦੀ ਅਕਸੇਂਜ ਹੈ ਕੰਮ ਕਰਨ ਵਾਲੀ। ਤੇ ਜੇ ਉਹਦੀਆਂ ਤਾਰਾਂ ਵਿੱਚ ਹੀ ਮਿੱਟੀ ਫਸੀ ਹੋਵੇਗੀ ਤੇ ਉਹਦਾ ਚੈਨਲ ਕਿੱਥੋਂ ਚੱਲਣਾ। ਇਸ ਲਈ ਭਾਵੇਂ ਮੈਂ ਇਹਦੇ ਅਰਥ ਕਰਾਂਗਾ ਵੀ ਸੁੱਚ ਅੰਦਰਲੀ, ਸੱਚ ਦੇ ਅੰਦਰ ਧਾਰਨ ਕੀਤਿਆਂ ਸੁੱਚ ਪੈਦਾ ਹੁੰਦੀ ਹੈ। ਕਹਿੰਦੇ ਸੱਚਾ ਨਾਮ ਜਦੋਂ ਅੰਦਰ ਟਿਕ ਗਿਆ ਤੇ ਉਹਨੇ ਅੰਦਰ ਜਾ ਕੇ ਇੱਕ ਕੰਮ ਕਰਨਾ ਹੈ। ਉਹਨੇ ਸਾਡੇ ਹਿਰਦੇ ਨੂੰ ਧੋਣ ਲੱਗ ਪੈਣਾ ਇੱਕਦਮ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ। ਮੈਲ ਕਿਹੜੀ ਮਨ ਦੀ? ਜਿਹੜੇ ਖਿਆਲ ਸਨ ਨਾ ਲਗਾਤਾਰ ਉੱਠਦੇ, ਉਹ ਘਟਨੇ ਸ਼ੁਰੂ ਹੋ ਜਾਣਗੇ। ਇਹਦੇ ਅਰਥ ਨੇ ਵੀ ਮੈਲ ਖਤਮ ਹੋ ਗਈ, ਖਿਆਲ ਨਹੀਂ ਉੱਠਦੇ। ਜਿਵੇਂ ਹੁਣ ਅਸੀਂ ਬੈਠੇ ਹਾਂ, ਵਿੱਚੋਂ ਵੇਖੋ ਕਿਵੇਂ ਖਿਆਲ, ਇਹ ਤੇ ਬੜੇ ਚਿਰ ਬਾਅਦ ਕਿਰਪਾ ਹੁੰਦੀ ਵੀ ਜਿੱਥੇ ਬੈਠਾ ਉੱਥੇ ਹੀ ਬਹਿ ਗਿਆ, ਪਰਤ ਕੇ ਉੱਠੇ ਹੀ ਨਹੀਂ ਇੱਕ ਘੰਟਾ। ਨਹੀਂ ਤੇ ਸਾਧ ਸੰਗਤ ਜੀ ਅੰਦਰ ਜਿਵੇਂ ਮਾਖੀਆਂ ਦੀਆਂ ਮੱਖੀਆਂ ਨਹੀਂ ਉੱਠਦੀਆਂ, ਇਸ ਤਰ੍ਹਾਂ ਹੋ ਰਿਹਾ ਬਹੁਤ ਸਾਰੇ ਸਰੀਰਾਂ ਦੇ ਵਿੱਚ। ਉਹ ਅੰਦਰੋਂ ਧੱਕੇ ਮਾਰ ਰਿਹਾ ਵੀ ਚੱਲ ਚੱਲ ਚੱਲ, ਉਹ ਹੋ ਰਿਹਾ। ਤੁਲਸੀ ਪੂਰਵ ਪਾਪ ਤੇ ਹਰ ਜਸ ਸੁਣਿਓ ਨਾ ਜਾਏ। ਫਿਰ ਜਦੋਂ ਆਪਾਂ ਧੱਕਾ ਕਰਨੇ ਆ ਵੀ ਨਹੀਂ ਜਾਣਾ, ਕਹਿ ਉਂਗਾ, ਤੁਸੀਂ ਵੇਖਿਆ ਜਦ ਹੀ ਕੋਈ ਨੀਂਦ ਆ ਜਾਏਗੀ, 1 ਮਿੰਟ ਸੁਣਦਾ, 1 ਮਿੰਟ ਸੌ ਜਾਂਦਾ ਮਨ। ਸਰੀਰ ਦੇ ਵਿੱਚ ਦਰਦ ਹੋਵੇਗੀ, ਕਦੀ ਇੱਧਰ ਨੂੰ ਮੂੰਹ ਕਰੇਗਾ, ਕਦੀ ਦੂਜੇ ਪਾਸੇ। ਮੈਂ ਕਈ ਬਜ਼ੁਰਗ ਵੇਖੇ ਨੇ ਸੰਗਤ ਦੇ ਵਿੱਚ ਕਥਾ ਸੁਣਨ ਨੂੰ ਜੇਬਾਂ ਦੇ ਵਿੱਚ ਟੋਪੀਆਂ ਪਾ ਕੇ ਆਉਂਦੇ ਨੇ, ਟੋਪੀਆਂ ਪਾ ਕੇ। ਮੈਂ ਕਿਹਾ ਵੀ ਬਜ਼ੁਰਗੋ ਤੁਸੀਂ ਤੇ 80 ਸਾਲ ਨੂੰ ਪਹੁੰਚ ਗਏ, ਚਲੋ ਬੱਚੇ ਤਾਂ ਹੋਏ, ਉਹਨਾਂ ਨੂੰ ਕਹਿੰਦੇ ਆ। ਕਹਿੰਦੇ ਜੀ ਕੀ ਕਰੀਏ, ਮਨ ਹੀ ਨਹੀਂ ਟਿਕਦਾ, ਫਿਰ ਮੂੰਹ 'ਚ ਟੋਪੀਆਂ ਪਾ ਦੇਦੀਆਂ। ਏਡੀ ਇਹ ਜ਼ਬਰਦਸਤ ਸ਼ਕਤੀ ਹੈ, ਇਹ ਬੜੀ ਸਾਧਨਾ ਕਰਕੇ ਟਿਕਦੀ ਮਨ ਜਿਹੜਾ ਹੈ। ਤੇ ਮਨ ਉਹਨਾਂ ਚਿਰ ਨਹੀਂ ਟਿਕੇਗਾ ਜਿੰਨਾ ਚਿਰ ਸ਼ੁੱਧ ਨਹੀਂ ਹੋਇਆ। ਕੋਈ ਸਾਧਨਾ, ਕੋਈ 84 ਆਸਨ ਤੁਸੀਂ ਪੜ੍ਹ ਕੇ ਵੇਖੋ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਅਸ਼ਟਪਦੀ ਲੰਬੀ, ਉਹ ਕਹਿੰਦੇ ਭਾਵੇਂ ਇੱਕ ਇੱਕ ਨਿਮਕ ਕਰਕੇ ਤੂੰ ਸਰੀਰ ਨੂੰ ਕਟਾ ਦੇ। ਇਸ ਤਰ੍ਹਾਂ ਇਸ ਸਾਧਨ ਦੇ ਨਾਲ ਇੱਕ ਵਕਤੀ ਤੌਰ ਤੇ ਤੇਰਾ ਮਨ ਖਲੋ ਜਾਏਗਾ, ਡੈਡ ਜਿਹਾ ਹੋ ਜਾਏਗਾ, ਬਸ ਉੱਠਣ ਦੀ ਦੇਰ ਫਿਰ ਭੱਜ ਪੈਣਾ, ਲਗਾਤਾਰ ਹੀ ਨਹੀਂ ਹੋਏਗਾ। ਨਿਮਕ ਨਿਮਕ ਕਰ ਸਰੀਰ ਕਟਾਵੇ, ਤੋ ਵੀ ਹਉਮੈ ਮੈਲ ਨਾ ਜਾਵੇ। ਉਹ ਮੈਲ ਟਿਕਣ ਨਹੀਂ ਦੇਗੀ। ਤਾਂ ਹੀ ਗੁਰੂ ਸਾਹਿਬ ਜੀ ਨੇ ਜਿਹੜੇ ਲੋਕ ਪ੍ਰਾਣਾਯਾਮ ਜਾਂ ਹੋਰ ਸਾਧਨ ਕਰਦੇ ਸਨ, ਯੋਗ ਸਮਾਧੀ ਨਾੜੀ ਚੌਂਕੜਾ ਮਾਰ ਕੇ, ਛੋਟਾ ਕੰਮ ਨਹੀਂ, ਉਹ ਵੀ ਬਹੁਤ ਕਠਿਨ ਹੈ, ਪਰ ਉਹਨਾਂ ਨੂੰ ਵੀ ਕਿਹਾ ਵੀ ਇਹ ਤੁਹਾਡਾ ਤਰੀਕਾ ਠੀਕ ਨਹੀਂ ਹੈ। ਗ੍ਰਹਿ ਤਜ ਬਨ ਖੰਡ ਜਾਈਐ, ਚੁਣ ਖਾਈਐ ਕੰਧਾ। ਕਹਿੰਦੇ ਐਸੇ ਵੀ ਲੋਕ ਨੇ, ਅੱਜ ਵੀ ਨੇ, ਜਿਹੜੇ ਕਣਕ ਖਾਣੀ ਬੰਦ ਕਰ ਦਿੰਦੇ, ਕਿਉਂਕਿ ਉਹ ਸਰੀਰ ਦੇ ਵਿੱਚ ਗਰਮੀ ਪੈਦਾ ਕਰਦੀ, ਵੀ ਮਨ ਨਾ ਟਿਕੇ, ਜਿਹੜਾ ਦੌੜਦਾ ਨਾ। ਅਨਾਜ ਨਹੀਂ ਖਾਂਦੇ, ਸਬਜ਼ੀ ਖਾ ਲੈਣਗੇ, ਜੜ੍ਹਾਂ ਖਾਂਦੇ ਨੇ। ਉਦੋਂ ਵੀ ਇਸ ਤਰ੍ਹਾਂ ਹੁੰਦਾ ਸੀ। ਗ੍ਰਹਿ ਤਜ, ਘਰ ਛੱਡਿਆ ਤੇ ਜੰਗਲ ਵਿੱਚ ਜਾ ਕੇ ਉੱਥੇ ਕਹਿੰਦੇ ਜੜ੍ਹਾਂ ਪੁੱਟ-ਪੁੱਟ ਕੇ ਖਾਧੀਆਂ। ਚੁਣ ਖਾਈਐ ਕੰਧਾ, ਕੰਧਾ ਦੇ ਅਰਥ ਨੇ ਰੁੱਖਾਂ ਦੀਆਂ ਜੜ੍ਹਾਂ ਪੁੱਟ ਕੇ ਖਾਧੀ। ਕਹਿੰਦੇ ਅਜਹੂ ਵਿਕਾਰ ਨਾ ਛੋੜਈ, ਪਾਪੀ ਮਨ ਮੰਦਾ। ਹੁਣ ਜਿੰਨਾ ਚਿਰ ਖੁਰਾਕ ਘਟਾਈ ਰੱਖੀ, ਉਹਨਾਂ ਚਿਰ ਤੇ ਸਾਧੂ ਬਣਿਆ ਰਿਹਾ, ਬਿਮਾਰੀ ਕਿਤੇ ਹੋਰ ਸੀ ਅੰਦਰ। ਬਸ ਆ ਕੇ 4 ਦਿਨ ਖੁਰਾਕ ਰੱਜ ਕੇ ਖਾਧੀ ਤੇ ਕੰਮ ਫਿਰ ਉੱਥੇ ਹੀ ਆ ਗਿਆ, ਕਿਉਂਕਿ ਅੰਦਰਲੀ ਜੜ ਨਹੀਂ ਸੀ ਗਈ, ਜਿਹੜੀ ਖਾਸ ਚੀਜ਼ ਸੀ ਮਨ ਵਿੱਚ ਸੀ, ਹਿਰਦੇ ਵਿੱਚ। ਅਜੂ ਵਿਕਾਰ ਨਾ ਛੋੜਈ, ਪਾਪੀ ਮਨ ਮੰਦਾ। ਫਿਰ ਕਹਿੰਦੇ ਕਹਿ ਕਿਉਂ ਛੂਟੋ ਕੈਸੇ ਤਰੋਂ, ਭਵ ਨਿਧ ਭਵ ਜਲ ਨਿਧ ਭਾਰੀ। ਇਹ ਕਹਿੰਦੇ ਸੰਸਿਆ ਡਰਾਂ ਦਾ ਭਰਿਆ ਹੋਇਆ ਜਿਹੜਾ ਭਵ ਜਲ ਹੈ, ਇਹ ਕਹਿੰਦੇ ਇਹਨੂੰ ਕਿਵੇਂ ਤਰਿਆ ਜਾਏ, ਵਿਕਾਰਾਂ ਦਾ ਸਾਗਰ। ਰਾਖ ਰਾਖ ਮੇਰੇ ਬੀਠਲਾ, ਜਨ ਸ਼ਰਨ ਤੁਹਾਰੀ। ਇੱਕੋ ਅਰਦਾਸ ਹੈ ਜਿਹੜੀ ਕੰਮ ਦੇ ਸਕਦੀ, ਕੋਈ ਸਾਧਨ ਕੰਮ ਨਹੀਂ ਆਉਂਦਾ। ਇਸ ਤਰ੍ਹਾਂ ਇਹ ਜਿਹੜਾ ਮਨ ਹੈ ਨਾ, ਇਹ ਅਰਦਾਸ ਦੇ ਰਾਹੀਂ ਤੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਪਿਆਰ ਨਾਲ ਬਹਿ ਕੇ, ਆਪ ਨਹੀਂ ਇਹਨੂੰ ਰੋਕਣਾ, ਨਹੀਂ ਤੇ ਰੁਕੇਗਾ ਨਹੀਂ, ਹੋਰ ਕਠਿਨ ਹੋ ਜਾਂਦਾ ਹੈ। ਅਰਦਾਸ ਕਰਨੀ ਹੈ। ਇਸ ਕਰਕੇ ਇਸ ਢੰਗ ਦੇ ਨਾਲ ਸਚਿਆਰ ਤਾਂ ਹੋਈਦਾ ਜੇ ਸੱਚ ਨੂੰ ਪਹਿਲਾਂ ਜਾਣ ਲਈਏ। ਸੱਚ ਤਾਂ ਪਰ ਜਾਣੀਐ ਜਾਂ ਹਿਰਦੇ ਸੱਚਾ ਹੋਏ।
ਪਹਿਲਾਂ ਹਿਰਦੇ ਵਿੱਚ ਸੱਚੇ ਦੀ ਯਾਦ ਟਿਕੇ, ਉਹਦਾ ਪਿਆਰ ਟਿਕੇ, ਉਹਦਾ ਨਾਮ ਜਿਉਂ-ਜਿਉਂ ਸਿੱਖ ਆਪਣੀ ਰਸਨਾ ਨਾਲ ਜਪਦਾ ਜਾਏਗਾ ਤੇ ਜਦੋਂ ਉਹਨੂੰ ਪਿਆਰ ਨਾਲ ਸੁਣੇਗਾ, ਉਹ ਜਿਹੜੀ ਸੁਣਨ ਵਾਲੀ ਬਿਰਤੀ ਉਹਨੂੰ ਅੰਦਰ ਖਿੱਚਦੀ ਜਾਏਗੀ, ਉਹ ਸ਼ਬਦ ਦੇ ਰਸ ਨੂੰ ਖਾਈ ਜਾਏਗੀ ਅੰਦਰ। ਕਹਿਣ ਲੱਗੇ ਜਦੋਂ ਅੰਦਰ ਟਿਕ ਗਿਆ ਨਾ, ਉਹਨੇ ਅੰਦਰ ਜਾ ਕੇ ਵਿੱਚੋਂ ਫਿਰ ਸਾਰੀ ਮੈਲ ਕੱਢ ਦੇਣੀ, ਧੋ ਦੇਣਾ। ਸੱਚ ਤਾਂ ਪਰ ਜਾਣੀਐ ਜਾਂ ਹਿਰਦੈ ਸੱਚਾ ਹੋਏ। ਫਿਰ ਅੰਦਰ ਜਾ ਕੇ ਕੀ ਕਰੇਗਾ ਉਹ ਨਾਮ? ਹਜ਼ੂਰ ਕਹਿੰਦੇ ਕੂੜ ਕੀ ਮਲ ਉਤਰੈ, ਕੂੜ ਦੀ ਮੈਲ, ਕੂੜ ਦੀ ਜਿਹੜੀ ਝੂਠ ਦੀ ਸਾਡੇ ਆਪਣੇ ਹੋਏ ਝੂਠੇ ਗਿਆਨ ਦੀ, ਜਿਹੜਾ ਅਸੀਂ ਸਮਾਜ ਵਿੱਚੋਂ ਸੁਣ ਕੇ, ਜਿਵੇਂ ਆਪਾਂ ਬੱਚਿਆਂ ਨੂੰ ਨਹੀਂ ਸਿਖਾਉਂਦੇ ਵੀ ਝੂਠ ਇਸ ਤਰ੍ਹਾਂ ਬੋਲੀਦਾ ਜੇ, ਜਿਉਂ-ਜਿਉਂ ਵਿਚਾਰੇ ਉਹਨਾਂ ਨੂੰ ਹੋਸ਼ ਆਉਂਦੀ ਹੈ ਉਹਨੂੰ ਸਿਖਾਉਂਦੇ ਹਾਂ, ਬਾਹਰ ਬਾਜ਼ਾਰ ਵਿੱਚ ਜਾ ਝੂਠ ਦੀ ਕਲਾਸ ਲਾਉਂਦੇ ਹਾਂ, ਉਹਨਾਂ ਨੂੰ ਬਨਾਵਟੀ ਜੀਵਨ ਸਿਖਾਉਂਦੇ ਹਾਂ, ਸਰਲ ਜੀਵਨ ਨਹੀਂ ਸਿਖਾਉਂਦੇ। ਕਹਿੰਦੇ ਕੂੜ ਕੀ ਮਲ ਉਤਰੈ, ਅੰਦਰੋਂ ਮੈਲ ਨਿਕਲ ਜਾਏਗੀ ਝੂਠ ਦੀ। ਤਨ ਕਰੈ ਹੱਛਾ ਧੋਏ, ਇੱਥੇ ਸਰੀਰ ਦੀ ਗੱਲ ਕੀਤੀ। ਸਰੀਰ ਦਾ ਮਤਲਬ ਸਰੀਰ ਦੇ ਗਿਆਨ ਇੰਦਰੇ ਸਾਰੇ ਧੋ ਦਿੱਤੇ। ਕਹਿਣ ਲੱਗੇ ਤਨ ਕਰੈ ਹੱਛਾ ਧੋਏ, ਸੱਚ ਤਾਂ ਪਰ ਜਾਣੀਐ ਜਾਂ ਆਤਮ ਤੀਰਥ ਕਰੇ ਨਿਵਾਸ। ਇਹ ਆਤਮ ਤੀਰਥ ਕਿੱਥੇ? ਤੁਸੀਂ ਕਿਤੇ ਸੁਣਿਆ ਵੀ ਇਸ ਤਰ੍ਹਾਂ ਦਾ ਕੋਈ ਸਰੋਵਰ? ਇਤਿਹਾਸ ਵਿੱਚ ਪੜ੍ਹਿਆ ਕਿਤੇ? ਕਿੰਨੇ ਸਰੋਵਰ ਨੇ। ਆਪਾਂ ਦਰਬਾਰ ਸਾਹਿਬ ਜਾਂਦੇ ਹਾਂ, ਸੰਤੋਖ ਸਰ ਜਾਂਦੇ ਹਾਂ, ਜਿੱਥੇ ਜਾਓ ਸਰੋਵਰ ਨੇ, ਉੱਥੇ ਇਸ਼ਨਾਨ ਕੀਤਾ ਜਾਂਦਾ। ਸਾਰਿਆਂ ਸਰੋਵਰਾਂ ਦੇ ਤੁਸੀਂ ਨਾਂ ਸੁਣੇ ਹੋਣਗੇ, ਪਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੂੰ ਪੁੱਛੋ ਜੀ ਹੋਰ ਵੀ ਕੋਈ ਸਰੋਵਰ ਹੈ? ਕਹਿੰਦੇ ਇੱਕ ਸਰੋਵਰ ਹੈ, ਉਹਨੂੰ ਕਹਿੰਦੇ ਆਤਮ ਤੀਰਥ। ਉਹ ਕਿਹੜੇ ਦੇਸ਼ ਵਿੱਚ ਜੀ? ਕਹਿਣ ਲੱਗੇ ਕਿਸੇ ਦੇਸ਼ ਵਿੱਚ ਵੀ ਨਹੀਂ, ਉਹ ਤੇਰੇ ਸਰੀਰ ਦੇ ਅੰਦਰ ਹੈ, ਇੱਥੇ। ਉਹ ਜਾਣਾ ਨਹੀਂ ਪੈਣਾ ਤੈਨੂੰ ਕਿਤੇ, ਪਰ ਤੂੰ ਉੱਥੇ ਗਿਆ ਹੀ ਕਦੀ ਨਹੀਂ। ਤੂੰ ਹੋਰ ਸਾਰੇ ਸਰੋਵਰ ਵਰਤ ਲੈਣੇ, ਉਹਨਾਂ ਸਰੋਵਰਾਂ ਵਿੱਚ ਜਾ ਕੇ ਤੇ ਪਤਾ ਲੱਗਣਾ ਸੀ ਵੀ ਇੱਕ ਸਰੋਵਰ ਰਹਿ ਗਿਆ ਜਿਹਦੇ ਤੋਂ ਬਿਨਾਂ ਕੰਮ ਸਰਦਾ ਨਹੀਂ ਪਿਆ। ਸੱਚ ਤਾਂ ਪਰ ਜਾਣੀਐ ਜਾਂ ਆਤਮ ਤੀਰਥ। ਆਤਮ ਦੇ ਅਰਥ ਕੀ ਨੇ? ਆਤਮ ਦਾ ਮਤਲਬ ਹੁੰਦਾ ਆਤਮਜ। ਆਤਮਜ ਦਾ ਮਤਲਬ ਹੁੰਦਾ ਪੁੱਤਰ। ਆਤਮਜ ਦੇ ਆਤਮ ਦੇ ਅਰਥ ਨੇ ਪਰਮਾਤਮਾ ਦਾ ਪੁੱਤਰ, ਪਰਮਾਤਮਾ ਦੀ ਜੋਤ ਜੋ ਸਾਡੇ ਵਿੱਚ ਉਹਨੇ ਪਾਈ ਹੈ। ਜਿਵੇਂ ਇੱਕ ਸਾਡਾ ਸਰੀਰ ਹੈ, ਇੱਕ ਸਾਡਾ ਮਨ ਹੈ, ਇੱਕ ਸਾਡੀ ਬੁੱਧੀ ਹੈ। ਮਨ ਦਾ ਅਰਥ ਹੈ ਜਿਹੜਾ ਵਿੱਚੋਂ ਹੁਣੇ ਨਿਕਲ ਕੇ ਬਾਹਰ ਜਾ ਰਿਹਾ ਜਾਂ ਇੱਧਰ ਉੱਧਰ ਭਟਕਦਾ, ਉਹਨੂੰ ਕਹਿੰਦੇ ਮਨ। ਬੁੱਧੀ ਫਿਰ ਜਿਵੇਂ ਮਨ ਅੰਦਰੋਂ ਹੁਣੇ ਕਹੇਗਾ ਨਾ, ਜਦੋਂ ਅਸੀਂ ਗੁਰਦੁਆਰੇ ਆਉਣਾ ਸੀ ਤੇ ਵਿਚਾਰ ਮਨ ਨੇ ਉਠਾਈ ਪਹਿਲਾਂ ਵੀ ਚੱਲੀਏ, ਪਰ ਉਹਦਾ ਫੈਸਲਾ ਬੁੱਧੀ ਨੇ ਲੈਣਾ ਵੀ ਜਾਣਾ ਹੈ ਕਿ ਨਹੀਂ ਜਾਣਾ। ਉਹ ਅੱਗੇ ਹੈ, ਉਸ ਮਨ ਤੋਂ ਅੱਗੇ ਬੁੱਧੀ ਹੈ ਤੇ ਬੁੱਧੀ ਤੋਂ ਅੱਗੇ ਹੈ ਆਤਮਾ। ਉਹਦੇ ਵਿੱਚੋਂ ਸਾਰਾ ਕੁਝ ਨਿਕਲਿਆ, ਸਰੀਰ ਉਹਦੇ ਤੋਂ ਚੱਲ ਰਿਹਾ। ਉਹਨੂੰ ਕਹਿੰਦੇ ਵੀ ਤੂੰ ਮਨ ਨੂੰ ਵੀ ਸਰੀਰ ਨੂੰ ਵੀ ਪਾਰ ਕਰ ਜਾਣਾ। ਪਹਿਲਾਂ ਸਿਮਰਨ ਕਰ ਸਰੀਰ ਨਾਲ, ਰਸਨਾ ਨਾਲ ਜਪ, ਫਿਰ ਉਹ ਚੁੱਪ ਕਰਕੇ ਮਨ ਵਿੱਚ ਜਦੋਂ ਨਾਮ ਚਲਾ ਜਾਏਗਾ, ਮਨ ਤੋਂ ਅੱਗੇ ਫਿਰ ਬੁੱਧੀ ਵਿੱਚ ਜਾਏਗਾ, ਬੁੱਧੀ ਨੂੰ ਸਾਫ਼ ਕਰ ਦੇਗਾ, ਫਿਰ ਬੁੱਧੀ ਤੋਂ ਅੱਗੇ ਤੇਰੀ ਆਤਮਾ ਵਿੱਚ ਜਾਏਗਾ। ਜਦੋਂ ਆਤਮਾ ਵਿੱਚ ਗਿਆ, ਉਹ ਇੱਕ ਤੀਰਥ ਹੈ, ਉੱਥੇ ਅੰਤਰਗਤ ਤੀਰਥ ਮਲ ਨਹਾਓ। ਉੱਥੇ ਮਲ ਕੇ ਨਹਾਉਣਾ ਚੰਗੀ ਤਰ੍ਹਾਂ, ਆਪਣੇ ਮਨ ਨੂੰ ਇਸ਼ਨਾਨ ਕਰਾਉਣਾ ਸਾਰੇ ਜੀਵਨ। ਕਹਿਣ ਲੱਗੇ ਸੱਚ ਤਾਂ ਪਰ ਜਾਣੀਐ ਜਾਂ ਆਤਮ ਤੀਰਥ ਕਰੇ ਨਿਵਾਸ। ਸਤਿਗੁਰੂ ਨੂੰ ਪੁੱਛ ਕਹਿ ਬਹਿ ਰਹਿ ਕਰੇ ਨਿਵਾਸ। ਇਹ ਹੈ ਗੁਰੂ ਦੇ ਭਾਣੇ ਵਿੱਚ ਆਉਣਾ, ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛ ਕੇ ਬਹਿ ਰਹਿਣਾ, ਯਾਨੀ ਕਿ ਉਸ ਮਾਰਗ ਦੇ ਉੱਤੇ ਤੁਰੀ ਜਾਣਾ ਜਿੱਧਰ ਸਤਿਗੁਰੂ ਸਾਨੂੰ ਕਹਿ ਰਹੇ। ਸਤਿਗੁਰੂ ਨੂੰ ਪੁੱਛ ਕੇ ਬਹਿ ਰਹਿ ਕਰੇ ਨਿਵਾਸ। ਸੱਚ ਸਭ ਨਾ ਹੋਏ ਦਾਰੂ, ਪਾਪ ਕੱਢੈ ਧੋਏ। ਨਾਨਕ ਵਖਾਣੈ ਬੇਨਤੀ, ਜਿਨ ਸੱਚ ਪੱਲੇ ਹੋਏ ਕਿਵ ਸਚਿਆਰਾ ਹੋਈਐ। ਸਿੱਖ ਦਾ ਮੂਲ ਕਾਰਜ ਆਪਣੇ ਆਪ ਨੂੰ ਸਾਫ਼ ਕਰਨਾ, ਧੋਣਾ, ਸਚਿਆਰ ਹੋਣਾ, ਅੰਦਰ ਵਾਹਿਗੁਰੂ ਦਾ ਨਾਮ ਟਿਕਾਉਣਾ, ਤੇ ਉਹਦੇ ਨਾਲ ਕੂੜ ਦੀ ਕੰਧ ਜਿਹੜੀ ਸਾਰੀ ਟੁੱਟ ਗਈ। ਤੇ ਜਦੋਂ ਕੂੜ ਦੀ ਕੰਧ ਟੁੱਟੀ, ਉਹ ਕਿਵੇਂ ਟੁੱਟ ਸਕਦੀ ਹੈ? ਉਹ ਕਿਵੇਂ ਧੁੱਪ ਸਕਦਾ ਹੈ? ਸਚਿਆਰਾ ਕਿਵੇਂ ਹੋ ਸਕਦਾ ਹੈ?
ਕਹਿੰਦੇ ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਤੈਨੂੰ ਹੁਕਮ ਵਿੱਚ ਜਿਉਣ ਦੀ ਜਾਚ ਆ ਜਾਏ, ਤੇਰੇ ਸਾਰੇ ਦੁੱਖਾਂ ਦਾ ਦਾਰੂ ਹੋ ਜਾਏਗਾ। ਆ ਦੋ ਚੀਜ਼ਾਂ ਨੇ, ਦੁੱਖ ਦੀ ਅਰਦਾਸ, ਦੁੱਖ ਤੋਂ ਬਚਣ ਦੀ ਤੇ ਸੁੱਖ ਪ੍ਰਾਪਤ ਕਰਨ ਦੀ ਹਰ ਇੱਕ ਮਨੁੱਖ ਅਰਦਾਸ ਕਰਦਾ ਹੈ। ਪਰ ਸੱਚੇ ਪਾਤਸ਼ਾਹ ਨੇ ਸਾਨੂੰ ਜਾਚ ਦੱਸੀ ਹੈ। ਕਹਿੰਦੇ ਤੂੰ ਆਪਣੀ ਜ਼ਿੰਦਗੀ ਦੇ ਵਿੱਚ ਜੇ ਜਿਵੇਂ ਦਾ ਜੀਵਨ ਤੈਨੂੰ ਮਿਲਿਆ, ਜੋ ਉਹਦੇ ਵਿੱਚ ਸੰਤੁਸ਼ਟ ਹੋ ਜਾਏ। ਉਲਾਮਾ ਨਾ ਦਾ ਹੈ, ਜੇ ਤੂੰ ਰੱਬ ਨੂੰ ਉਲਾਮਾ ਦੇਣ ਤੋਂ ਰੁਕ ਗਿਆ, ਸਮਝ ਲਈ ਤੂੰ ਭਾਣੇ ਵਿੱਚ ਆ ਗਿਆ। ਜ਼ਿੰਦਗੀ ਵਿੱਚ ਜੋ ਤੇਰੇ ਵਰਤ ਰਿਹਾ, ਜੋ ਕੁਝ ਹੋ ਰਿਹਾ, ਭਾਣੇ ਦਾ ਅਰਥ ਇਹ ਨਹੀਂ ਹੁੰਦਾ ਇਕੱਲਾ ਵੀ ਬੰਦਾ ਜਦੋਂ ਚੜ੍ਹਾਈ ਕਰ ਜਾਂਦਾ ਕਹਿੰਦੇ ਜੀ ਭਾਣਾ ਵਰਤ ਗਿਆ। ਨਹੀਂ, ਭਾਣੇ ਦਾ ਅਰਥ ਹੈ ਵੀ ਜਿਵੇਂ ਹੁਣ ਅਸੀਂ ਜੀ ਰਹੇ ਹਾਂ ਤੇ ਜ਼ਿੰਦਗੀ ਦੇ ਵਿੱਚ ਉਤਾਰ ਚੜ੍ਹਾਅ ਆਇਆ ਹੈ। ਜ਼ਿੰਦਗੀ ਦੇ ਵਿੱਚ ਕਿਤੇ ਗਰੀਬੀ ਆ ਗਈ, ਕਿਤੇ ਅਮੀਰੀ ਆ ਗਈ, ਕੋਈ ਸਾਡੀ ਗੱਲ ਮੰਨੀ ਗਈ, ਕੋਈ ਨਾ ਮੰਨੀ ਗਈ। ਜਿਵੇਂ ਅਸੀਂ ਚਾਹਿਆ ਉਵੇਂ ਨਾ ਹੋਇਆ, ਹੋਰ ਦੁੱਖ ਕੁਝ ਨਹੀਂ। ਇੱਥੇ ਦੁੱਖ ਸਿਰਫ ਇਹ ਹੈ ਕਿ ਅਸੀਂ ਜਿਵੇਂ ਚਾਹੁੰਦੇ ਹਾਂ ਉਸੇ ਤਰ੍ਹਾਂ ਹੋਈ ਜਾਏ, ਫਿਰ ਤਾਂ ਅਸੀਂ ਕਹਿੰਦੇ ਹਾਂ ਵੀ ਬੜਾ ਸੁੱਖ, ਬੜੀ ਚੜ੍ਹਦੀ ਕਲਾ। ਤੇ ਜਿੱਥੇ ਥੋੜੀ ਜਿਹੀ ਰੁਕਾਵਟ ਆ ਗਈ, ਉੱਥੇ ਅਸੀਂ ਕਿਹਾ ਵੀ ਦੁੱਖ, ਬਸ ਦੁੱਖ ਤੇ ਸੁੱਖ ਇਹਦਾ ਹੀ ਨਾਂ ਹੈ। ਜਦੋਂ ਅਸੀਂ ਇਸ ਸਿਸਟਮ ਨੂੰ ਤਬਦੀਲ ਕਰ ਲਿਆ ਵੀ ਜਿਵੇਂ ਹੋ ਰਿਹਾ ਉਵੇਂ ਹੀ ਪ੍ਰਵਾਨ ਹੈ, ਜਿਵੇਂ ਹੋ ਰਿਹਾ ਉਵੇਂ ਪ੍ਰਵਾਨ ਹੈ, ਦੁੱਖ ਤੇ ਸੁੱਖ ਦੇ ਅਰਥ ਤਬਦੀਲ ਹੋ ਜਾਣ, ਖਤਮ ਹੋ ਜਾਣ। ਇਸ ਕਰਕੇ ਜਿਸ ਗੁਰਮੁਖ ਦੀ ਵਿਆਖਿਆ ਭਾਈ ਗੁਰਦਾਸ ਜੀ ਇਹਨਾਂ ਦੋ ਪੌੜੀਆਂ ਵਿੱਚ ਕਰਦੇ ਨੇ, ਉਹਨੇ ਕਿਵੇਂ ਇੰਨੀ ਵੱਡੀ ਉੱਚੀ ਅਵਸਥਾ ਨੂੰ ਪਾਇਆ, ਜਿਹਨੂੰ ਕੋਈ ਜਪੀ ਤਪੀ ਸੰਨਿਆਸੀ ਹਜ਼ਾਰਾਂ ਸਾਲ ਧੂਣੀਆਂ ਤਪਾ ਕੇ ਵੀ ਨਹੀਂ ਪਾ ਸਕੇ। ਬੜੇ ਬੜੇ ਵੇਦਾਂ ਦੇ ਗਿਆਤਾ, ਅਰਥ ਪੜ੍ਹ ਪੜ੍ਹ ਕੇ ਰਾਵਣ ਵਰਗੇ 4-4 ਵੇਦ ਯਾਦ ਕਰਕੇ ਵੀ, ਗਿਆਨ ਇੰਨਾ ਇਕੱਠਾ ਕਰਕੇ ਵੀ ਉਹ ਇਸ ਗੁਰਮੁਖ ਦੀ ਅਵਸਥਾ ਤੇ ਨਹੀਂ ਜਾ ਸਕੇ। ਗੁਰਮੁਖ ਨੇ ਉਹ ਕਿਹੜੀ ਚੀਜ਼ ਵਰਤੀ ਜਿਹਦੇ ਨਾਲ ਉਹ ਵਾਹਿਗੁਰੂ ਦੇ ਘਰ ਵਿੱਚ ਪ੍ਰਵਾਨ ਹੋ ਗਿਆ। ਭਾਈ ਗੁਰਦਾਸ ਜੀ ਇੱਥੋਂ ਸ਼ੁਰੂ ਕਰਦੇ ਨੇ, ਕਹਿੰਦੇ ਗੁਰਮੁਖ ਹਉਮੈ ਪਰ ਹਰੈ। ਹਉਮੈ ਪਰ ਹਰੈ, ਪਰਾਂ ਕਰਦਾ ਹੈ। ਹਉਮੈ ਦਾ ਮਤਲਬ ਮਨ ਦੀ ਮਰਜ਼ੀ, ਜੋ ਕੁਝ ਮੈਂ ਚਾਹੁੰਦਾ ਉਸੇ ਤਰ੍ਹਾਂ ਹੀ ਹੋਈ ਜਾਏ, ਸਭ ਕੁਝ ਮੇਰੇ ਥੱਲੇ ਚੱਲੇ, ਜਿਵੇਂ ਮੈਂ ਕਹਿੰਦਾ ਉਸ ਤਰ੍ਹਾਂ ਹੀ ਵਰਤੀ ਜਾਏ, ਇਹਦੇ ਤੋਂ ਬਾਹਰ ਕੁਝ ਨਾ ਹੋਵੇ। ਇਹਨੂੰ ਕਹਿੰਦੇ ਜੀ ਹਉਮੈ। ਹਉਮੈ ਹੋਰ ਕੋਈ ਇਹ ਨਹੀਂ ਵੀ ਬੰਦਾ ਆਕੜ ਕੇ ਤੁਰਦਾ ਤੇ ਇਹਨੂੰ ਹਉਮੈ, ਜਾਂ ਬੜਾ ਅਸ਼ਟਾਂਗ ਕਰਦਾ ਨਿਭ ਕੇ ਤੇ ਹੁਣ ਹਉਮੈ ਖਤਮ ਹੋ ਗਈ। ਇਹ ਤੇ ਸਰੀਰ ਦਾ ਐਕਸ਼ਨ ਹੈ ਨਾ। ਹਉਮੈ ਦਾ ਅਰਥ ਹੈ ਕਿ ਮਨਾਉਣ ਦਾ ਯਤਨ ਕਰਨਾ, ਮੰਨਣਾ ਨਹੀਂ। ਕਹਿੰਦੇ ਉਹ ਗੁਰਮੁਖ ਨੇ ਪਰਾਂ ਕਰ ਦਿੱਤੀ, ਆਪਣੇ ਮਨ ਦੇ ਵਿੱਚੋਂ ਹਉਮੈ ਨੂੰ ਖਤਮ ਕੀਤਾ। ਤੇ ਕਹਿੰਦੇ ਮਨ ਭਾਵੈ ਖਸਮੈ ਦਾ ਭਾਣਾ। ਉਹਦੇ ਅੰਦਰ ਆਪਣੇ ਗੁਰੂ ਦੇ ਹੁਕਮ ਦੀ ਬਸ ਉਡੀਕ ਹੈ। ਇਧਰੋਂ ਕਿਹਾ ਕੋਈ ਨਾ ਨੁਕਰ ਨਹੀਂ। ਜਿਵੇਂ ਜਿਵੇਂ ਪੂਰੇ ਗੁਰੂ ਦਾ ਹੁਕਮ ਹੈ, ਸੇਵਕ ਦੀ ਪਰਿਭਾਸ਼ਾ, ਪਿਆਰ ਵਿੱਚ ਜਿਉਣ ਵਾਲੇ ਮਨੁੱਖ ਦੀ ਪਰਿਭਾਸ਼ਾ, ਲਗਾਤਾਰ ਉਹ ਤਤਪਰ ਰਹਿੰਦਾ ਹੈ, ਇਸ ਉਡੀਕ ਵਿੱਚ ਰਹਿੰਦਾ ਹੈ। ਉਹਦੇ ਜੀਵਨ ਦੇ ਵਿੱਚ ਬਸ ਇੱਕੋ ਹੀ ਫਾਰਮੂਲਾ ਕੰਮ ਕਰਦਾ। ਪੜ੍ਹੀਏ ਪਿਆਰ ਦੇ ਨਾਲ, ਜੋ ਗੁਰ ਕਹੈ ਸੋਈ ਭਲ ਮਾਨੋ, 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 ਗੁਰ ਕਹੈ ਸੋਈ ਭਲ ਮਾਨੋ, ਜੋ ਗੁਰ ਕਹੈ ਸੋਈ ਭਲ ਮਾਨੋ। ਹਰ ਹਰ ਕਥਾ ਨਿਰਾਲੀ, ਹਰ ਹਰ ਕਥਾ ਨਿਰਾਲੀ, ਹਰ ਹਰ ਕਥਾ ਨਿਰਾਲੀ, ਹਰ ਹਰ ਕਥਾ ਨਿਰਾਲੀ। ਗੁਰ ਸਿੱਖ ਮੀਤ ਚਲੋ ਗੁਰ ਚਾਲੀ, ਗੁਰ ਸਿੱਖ ਮੀਤ ਚਲੋ ਗੁਰ ਚਾਲੀ, ਗੁਰ ਸਿੱਖ ਮੀਤ ਚਲੋ ਗੁਰ ਚਾਲੀ, ਗੁਰ ਸਿੱਖ ਮੀਤ ਚਲੋ ਗੁਰ ਚਾਲੀ। ਬਸ ਜਿਵੇਂ ਕਿਹਾ ਉਵੇਂ ਕਰ, ਭਾਵੇਂ ਉਹਦਾ ਅਰਥ ਕੁਝ ਵੀ ਨਾ ਨਿਕਲੇ। ਧਿਆਨ ਦੇਣਾ, ਇਹ ਹੈ ਹੁਕਮ ਮੰਨਣਾ।
ਉੱਥੇ ਇਹ ਨਹੀਂ ਵੀ ਇਹਦੇ ਅਰਥ ਕੀ ਨਿਕਲਦੇ ਨੇ। ਇੱਕ ਫਕੀਰ ਦਾ ਨਾਂ ਆਉਂਦਾ ਜਾਨੀ ਖਾਂ। 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਇਹ ਆਇਆ। ਇਹ ਕਿਸੇ ਹੋਰ ਬੰਦਗੀ ਕਰਨ ਵਾਲੇ ਫਕੀਰ ਦੀ ਸੰਗਤ ਕਰਦਾ ਸੀ। ਉਹਦੇ ਕੋਲ ਇਬਾਦਤ ਕਰਦਾ ਰਿਹਾ, ਭਗਤੀ ਕਰਦਾ ਰਿਹਾ। ਅੰਦਰੋਂ ਕੁਝ ਨਾ ਕੁਝ ਇਹਦੀ ਅਵਸਥਾ ਬਣੀ, ਇਹਦਾ ਮਨ ਟਿਕਿਆ, ਪਰ ਅਜੇ ਸੰਪੂਰਨਤਾ ਨਹੀਂ ਆਈ। ਇੱਕ ਦਿਨ ਆਪਣੇ ਉਹਨੂੰ ਮੁਰਸ਼ਿਦ ਨੂੰ ਕਹਿੰਦਾ ਹੈ ਬਈ ਹੁਣ ਇਸ ਤੋਂ ਅੱਗੇ ਮੈਂ ਕੀ ਕਰਾਂ। ਤੇ ਉਹ ਇਮਾਨਦਾਰ ਆਦਮੀ ਸੀ, ਉਹਨੇ ਕਿਹਾ ਜਿੱਥੋਂ ਤੱਕ ਮੈਨੂੰ ਪਤਾ ਸੀ ਉੱਥੋਂ ਤੱਕ ਮੈਂ ਤੈਨੂੰ ਦੱਸ ਦਿੱਤਾ। ਹੁਣ ਮੈਂ ਤੈਨੂੰ ਇੱਕ ਥਾਂ ਦੱਸਣਾ, ਉੱਥੇ ਤੇਰੀ ਮੋਹਰ ਉੱਥੋਂ ਲੱਗਣੀ ਹੈ, ਕਿਉਂਕਿ ਬੰਦੇ ਦੇ ਭਾਗਾਂ ਨਾਲ ਸੰਬੰਧ ਹੁੰਦਾ। ਕਹਿੰਦੇ ਉਹ ਕਿਹੜੀ? ਕਹਿੰਦੇ ਜਾ, ਚਲਾ ਜਾ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਥਾਂ ਤੇ 6ਵੇਂ ਸਤਿਗੁਰੂ ਨੇ ਗੁਰੂ ਹਰਗੋਬਿੰਦ ਸਾਹਿਬ, ਉਹਨਾਂ ਕੋਲ ਚਲਾ ਜਾ। ਉੱਥੇ ਜਦੋਂ ਜਾਏਗਾ ਤੇ ਉਹਨਾਂ ਨੇ ਤੇਰੇ ਤੇ ਰਹਿਮਤ ਕਰ ਦੇਣੀ, ਕਿਰਪਾ ਕਰ ਦੇਣੀ ਹੈ। ਇਹ ਤੁਰਿਆ ਸਤਿਗੁਰਾਂ ਦੇ ਚਰਨਾਂ ਵਿੱਚ ਆਇਆ, ਦਰਬਾਰ ਸਜਿਆ, ਇਸ ਤਰ੍ਹਾਂ ਸੰਗਤ ਬੈਠੀ ਹੈ ਤੇ ਸਤਿਗੁਰੂ ਸਟੇਜ ਤੇ ਤਖਤ ਤੇ ਬੈਠੇ ਨੇ, ਗੱਲਬਾਤ ਚੱਲਦੀ ਹੈ। ਵੇਖਿਆ ਇੱਕ ਕੋਈ ਮੁਸਲਮਾਨ ਜਾਮੇ ਵਾਲਾ ਸੱਜਣ ਪਠਾਨ ਆਇਆ। ਨੇੜੇ ਆ ਕੇ ਉਹਨੇ ਨਮਸਕਾਰ ਕੀਤੀ। ਹਜ਼ੂਰ ਨੇ ਪੁੱਛਿਆ ਆਓ ਕਿਵੇਂ ਆਏ ਹੋ, ਕੀ ਨਾਂ ਹੈ? ਕਹਿੰਦੇ ਜਾਨੀ ਖਾਂ। ਕਹਿੰਦੇ ਇੱਧਰ ਕਿਵੇਂ ਆਉਣਾ ਹੋਇਆ? ਪਤਾ ਸੀ ਸਤਿਗੁਰੂ ਨੂੰ ਵੀ ਮੇਰੇ ਕੋਲ ਆਇਆ ਇੱਕ ਗ੍ਰਾਹਕ ਆਇਆ, ਕਿਉਂਕਿ ਕਦੀ ਕਦੀ ਕੋਈ ਉਹ ਚੀਜ਼ ਲੈਣ ਆਉਂਦਾ ਜੋ ਗੁਰੂ ਦੇ ਕੋਲ ਹੈ। ਸਾਡੇ ਵਿੱਚੋਂ ਵੀ ਆਪਾਂ ਕਿੰਨੇ ਸਤਿਗੁਰੂ ਦੇ ਕੋਲ ਆਉਂਦੇ, ਪਰ ਜਿਹੜੀ ਅਸਲੀਅਤ ਚੀਜ਼ ਹੈ ਨਾ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ, ਸਿੱਖੀ ਦਾ ਹੀਰਾ, ਉਹਦਾ ਕਦੀ ਕਦੀ ਕੋਈ ਗ੍ਰਾਹਕ ਆਉਂਦਾ ਹੈ ਤੇ ਕਦੀ ਕਦੀ ਕੋਈ ਗ੍ਰਾਹਕ ਬਣਦਾ ਹੈ ਜਦੋਂ ਕਿਸੇ ਦੇ ਅੰਦਰ ਉਹ ਅੱਖ ਖੁੱਲ੍ਹਦੀ ਏ, ਉਸ ਦਾਤ ਬਾਰੇ ਕੋਈ ਜਾਗ ਪੈਂਦਾ ਵੀ ਸਿੱਖੀ ਵੀ ਕੋਈ ਦਾਤ ਹੈ। ਜਦੋਂ ਆਇਆ ਤੇ ਸਤਿਗੁਰਾਂ ਨੇ ਪੁੱਛਿਆ ਕਿਵੇਂ ਆਇਓ? ਇਹਨੇ ਇੱਕ ਲਫ਼ਜ਼ ਵਰਤਿਆ, ਇਹਦਾ ਨਾਂ ਸੀ ਜਾਨੀ। ਕਹਿਣ ਲੱਗਾ ਜਾਨੀ ਕੋ ਜਾਨੀ ਮਿਲਾ ਦੋ। ਜਾਨੀ ਦਾ ਅਰਥ ਹੁੰਦਾ ਹੈ ਪਿਆਰਾ। ਤੇ ਸਤਿਗੁਰੂ ਸਮਝ ਗਿਆ, ਕਹਿੰਦੇ ਕਿਹੜੇ ਜਾਨੀ ਨੂੰ ਕਿਹੜਾ ਜਾਨੀ ਮਿਲਾਈਏ? ਕਹਿੰਦੇ ਆਹ ਜਾਨੀ ਜਿਹੜਾ ਭਟਕਦਾ ਫਿਰਦਾ ਇਹਨੂੰ ਉਹ ਜਾਨੀ ਮਿਲਾ ਦਿਓ, ਖੁਦਾ ਅਕਾਲ ਪੁਰਖ। ਹਜ਼ੂਰ ਨੇ ਸਾਰੀ ਗੱਲ ਸਮਝੀ ਤੇ ਵੇਖ ਲਿਆ ਵੀ ਇਹ ਇੱਕ ਗ੍ਰਾਹਕ ਹੈ, ਇਹ ਮੁੱਲ ਧਾਰ ਸਕਦਾ। ਜਿਹੜੀ ਚੀਜ਼ ਮੰਗ ਰਿਹਾ ਨਾ, ਇਹ ਜਿਹੜੀ ਟੀਮ ਦੇ ਵਿੱਚ ਐਡਮਿਸ਼ਨ ਲੈਣ ਦੀ ਗੱਲ ਕਰ ਰਿਹਾ ਉਹਦੇ ਵਿੱਚ ਖੇਡ ਲੈਗਾ ਖੇਡ। ਇਹ ਨਹੀਂ ਵੀ ਉਹਦੇ ਵਿੱਚ ਐਵੇਂ ਗੱਲਾਂ ਹੀ ਕਰੀ ਜਾਂਦਾ, ਕਿਉਂਕਿ ਉਹਦਾ ਮੁੱਲ ਬਹੁਤ ਵੱਡਾ ਹੈ। ਹਜ਼ੂਰ ਨੇ ਵੇਖਿਆ ਗ੍ਰਾਹਕ ਤੇ ਹੈ, ਪਰ ਇਹਦਾ ਜਿਹੜਾ ਟਾਈਮ ਹੈ ਨਾ ਪ੍ਰੋਸੀਜਰ, ਉਹ ਬਿਲਕੁਲ ਨੇੜੇ ਆ ਗਿਆ ਬਖਸ਼ਿਸ਼ ਹੋਣ ਦਾ। ਇਹ ਟਾਈਮ ਆਉਂਦਾ ਸਾਧ ਸੰਗਤ। ਸਤਿਗੁਰੂ ਦਾ ਇੱਕ ਤਰੀਕਾ ਹੈ ਵੀ ਸਿੱਖ ਗੁਰੂ ਕੋਲੋਂ ਅੰਮ੍ਰਿਤ ਦੀ ਦਾਤ ਲੈ ਕੇ ਕੰਮ ਕਰੀ ਜਾਏ। ਅਜੇ ਟਾਈਮ ਨਹੀਂ ਆਇਆ। ਉਹ ਗੱਲ ਵੱਖਰੀ ਏ ਜਿਹੜੀ ਬਖਸ਼ਿਸ਼ ਵਾਲੀ ਚੀਜ਼ ਹੈ। ਤੇ ਉਹ ਟਾਈਮ ਸਾਡੀ ਮਰਜ਼ੀ ਨਾਲ ਨਹੀਂ ਆਉਂਦਾ, ਉਹ ਟਾਈਮ ਗੁਰੂ ਦੀ ਮਰਜ਼ੀ ਨਾਲ ਆਉਂਦਾ ਹੈ। ਸੱਚਾਈ ਇਹ ਹੈ, ਕਈ ਵਾਰੀ ਵੱਡੇ ਵੱਡੇ ਰੱਬ ਦੇ ਪਿਆਰਿਆਂ ਦੀ ਸੰਗਤ ਵਿੱਚ ਵੀ ਉਹ ਟਾਈਮ ਰਹਿੰਦਾ ਹੁੰਦਾ ਹੈ, ਦੂਰ ਹੁੰਦਾ ਹੈ। ਸਮਾਂ ਲੱਗਦਾ ਜਿੱਦਣ ਅਸੀਂ ਤਿਆਰ ਹੁੰਦੇ ਹਾਂ। ਸਤਿਗੁਰਾਂ ਕੋਲ ਤੇ ਉਹ ਚੀਜ਼ ਅੱਜ ਵੀ ਹੈ ਜਿਹੜੀ ਬਾਬੇ ਬੁੱਢੇ ਨੂੰ ਦਿੱਤੀ ਸੀ ਗੁਰੂ ਨਾਨਕ ਦੇਵ ਜੀ, ਜਿੱਥੇ ਨਾ ਨੀਂਦ, ਨਾ ਭੁੱਖ, ਨਾ ਪਿਆਸ, ਨਾ ਦੁੱਖ, ਨਾ ਸੁੱਖ, ਨਾ ਮਾਣ, ਨਾ ਅਪਮਾਨ, ਜਿਹੜੀਆਂ ਚੀਜ਼ਾਂ ਸਾਨੂੰ ਸਾਰਾ ਦਿਨ ਦੁਖੀ ਕਰਦੀਆਂ, ਅਸੀਂ ਤੌਖਲੇ ਵਿੱਚ, ਚਿੰਤਾ ਵਿੱਚ, ਉਹ ਸਾਰੀਆਂ ਉੱਥੇ ਖਤਮ ਗਈਆਂ। ਉੱਥੇ ਬਸ ਆਨੰਦ ਤੋਂ ਬਿਨਾਂ ਹੋਰ ਕੁਝ ਨਹੀਂ। ਪਰ ਉਹ ਚੀਜ਼ ਬੜੀ, ਜਦੋਂ ਆਦਮੀ ਤਿਆਰ ਹੁੰਦਾ ਹੈ ਨਾ, ਉਹਦੇ ਤੋਂ ਪਹਿਲਾਂ ਨਹੀਂ। ਤੇ ਕਈ ਵਾਰੀ ਆਪਾਂ ਕਾਹਲ ਕਰਕੇ ਉਹ ਚੀਜ਼ ਮੰਗ ਲੈਂਦੇ ਹਾਂ, ਉਹਦੇ ਵਾਸਤੇ ਸਾਡੀ ਯੋਗਤਾ ਤਿਆਰ ਨਹੀਂ ਹੁੰਦੀ। ਇਹ ਜਾਨੀ ਖਾਂ ਜਿਹੜਾ ਤਿਆਰ ਹੋ ਚੁੱਕਾ ਸੀ, ਤੇ ਜਦੋਂ ਆਇਆ
ਤੇ ਹਜੂਰ ਨੇ ਵੇਖਿਆ ਫਿਰ ਕਸਵੱਟੀ ਤੇ ਲਾਉਂਦਾ ਨਾ ਗੁਰੂ, ਜਦੋਂ ਕੋਈ ਵੱਡੀ ਚੀਜ਼ ਦੇਣੀ ਉਹਦੀ ਕਸਵੱਟੀ ਵੀ ਵੱਡੀ। ਜਦੋਂ ਉਹਨੇ ਕਿਹਾ ਮੈਨੂੰ ਜਾਨੀ ਕੋ ਜਾਨੀ ਮਿਲਾ ਦਿਓ, ਤੇ ਗੁਰੂ ਹਰਗੋਬਿੰਦ ਸਾਹਿਬ ਕੋਲ ਦੋ ਸਿੱਖ ਖੜੇ ਸਨ, ਕਹਿੰਦੇ ਇਹਨੂੰ ਧੱਕੇ ਮਾਰ ਕੇ ਬਾਹਰ ਕੱਢ ਦਿਓ ਦਰਬਾਰ ਦੇ ਵਿੱਚ, ਧੱਕੇ ਮਾਰ ਕੇ ਬਾਹਰ ਕੱਢ ਦਿਓ। ਉਹਨਾਂ ਨੇ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ, ਪਰ ਉਹਦੇ ਮੱਥੇ ਤੇ ਕੋਈ ਫਰਕ ਨਹੀਂ ਪਿਆ। ਬਾਹਰ ਜਾ ਕੇ ਦਰਵਾਜ਼ੇ ਦੇ ਬਾਹਰਲੇ ਪਾਸੇ ਚੌਂਕੜਾ ਮਾਰ ਕੇ ਬਹਿ ਗਿਆ, ਤੇ ਉਹ ਹੀ ਲਫ਼ਜ਼ ਕਹਿ ਰਿਹਾ ਜਾਨੀ ਕੋ ਜਾਨੀ ਮਿਲਾ ਦਿਓ, ਉਹਨੂੰ ਕੋਈ ਫਰਕ ਨਹੀਂ ਪਿਆ। ਵੇਖੋ ਮੈਂ ਸੋਚਣਾ ਵੀ ਉਹ ਬੰਦਾ ਕਿਵੇਂ ਦਾ ਹੋਵੇਗਾ, ਸਾਨੂੰ ਕਿਤੇ ਕੋਈ ਦੋ ਧੱਕੇ ਮਾਰਦਾ ਤੇ ਕਿੱਥੇ ਗੱਲ ਜਾਏਗੀ। ਅਸੀਂ ਤਾਂ ਗੁਰਦੁਆਰੇ ਛੱਡ ਜਾਂਦੇ ਹਾਂ। ਜੇ ਇੱਕ ਸਾਲ ਬੰਦਾ ਪ੍ਰਧਾਨ ਸੀ, ਕਹਿੰਦੇ ਅਗਲੇ ਸਾਲ ਨਹੀਂ, ਕਹਿੰਦੇ ਦੂਜਾ ਗੁਰਦੁਆਰਾ ਬਣਾ ਲੈਂਦੇ ਹਾਂ। ਇਹ ਗੱਲਾਂ ਹੋਰ ਨੇ, ਸਿੱਖੀ ਹੋਰ ਚੀਜ਼ ਸੀ। ਇੱਥੇ ਅਹੁਦਿਆਂ ਦੀ ਗੱਲ ਨਹੀਂ ਸੀ। ਸਾਧ ਸੰਗਤ ਜਦੋਂ ਬਾਹਰ ਕੱਢਿਆ, ਸਮਾਪਤੀ ਹੋਈ, ਗੁਰੂ ਹਰਗੋਬਿੰਦ ਸਾਹਿਬ ਬਾਹਰ ਗਏ ਤੇ ਬਾਹਰ ਵੇਖਿਆ ਚੌਂਕੜਾ ਮਾਰ ਕੇ ਫਿਰ ਬੈਠਾ ਹੈ। ਉਹਦੇ ਮਨ ਤੇ ਕੋਈ ਅਸਰ ਨਹੀਂ, ਕੋਈ ਰੰਜਿਸ਼ ਨਹੀਂ, ਕੋਈ ਉਲਾਮਾ ਨਹੀਂ ਵੀ ਏਡੀ ਦੂਰੋਂ ਆਇਆ, ਮੈਨੂੰ ਲੰਗਰ ਨਹੀਂ ਪੁੱਛਿਆ, ਮੈਨੂੰ ਆਹ ਨਹੀਂ ਪੁੱਛਿਆ। ਉਹ ਉਸ ਵਿਧੀ ਤੇ ਕੰਮ ਕਰ ਰਿਹਾ ਹੈ ਜਿਹਨੂੰ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ, ਸੁਆਮੀ ਕੋ ਗ੍ਰਹਿ ਜਿਉ ਸਦਾ, ਸਵਾਣ ਤਜਤ ਨਹਿ ਨਿਤ, ਨਾਨਕ ਇਹ ਵਿਦ ਹਰਿ ਭਜੋ, ਇੱਕ ਮਨ ਹੋਏ ਇੱਕ ਚਿਤ। ਸਵਾਨ, ਜਿਵੇਂ ਕੁੱਤੇ ਨੂੰ ਮਾਲਕ ਕਈ ਵਾਰੀ ਮਾਰ ਕੇ ਬਾਹਰ ਵੀ ਕੱਢ ਦਿੰਦਾ, ਪਰ ਉਹ ਬਾਹਰਲੇ ਪਾਸੇ ਉਹਦੇ ਦਰਵਾਜ਼ੇ ਤੇ ਗਲੀ ਵਿੱਚ ਬੈਠਾ ਰਹਿੰਦਾ, ਉਹਦਾ ਦਰ ਛੱਡ ਕੇ ਨਹੀਂ ਜਾਂਦਾ। ਇਸ ਤਰ੍ਹਾਂ ਬੈਠਾ ਹੈ। ਤੇ ਗੁਰੂ ਹਰਗੋਬਿੰਦ ਸਾਹਿਬ ਫਿਰ ਖੜੇ ਹੋ ਗਏ, ਕਹਿੰਦੇ ਤੂੰ ਗਿਆ ਨਹੀਂ, ਤੈਨੂੰ ਧੱਕੇ ਮਾਰ ਕੇ ਬਾਹਰ ਵੀ ਕੱਢਿਆ। ਉੱਠ ਕੇ ਖਲੋ ਗਿਆ। ਫਿਰ ਕਹਿੰਦਾ ਮਹਾਰਾਜ ਜਾਨੀ ਕੋ ਜਾਨੀ ਮਿਲਾ ਦੋ। ਹਜੂਰ ਕਹਿੰਦੇ ਜੇ ਜਾਨੀ ਨੂੰ ਮਿਲਣਾ ਹੀ ਤੇ ਤੂੰ 1 ਮੀਲ ਦੀ ਦੂਰੀ ਤੇ ਦਰਿਆ ਵਹਿੰਦਾ ਹੈ, ਦੌੜ ਕੇ ਜਾ ਉਸ ਦਰਿਆ ਦੇ ਵਿੱਚ ਛਾਲ ਮਾਰ ਦੇ। ਇਹ ਵੀ ਇੱਕ ਕਸਵੱਟੀ ਸੀ। ਬਸ ਇਸ਼ਾਰਾ ਕਰਨ ਦੀ ਦੇਰ ਸੀ, ਕਹਿਣ ਦੀ ਦੇਰ ਸੀ। ਉਸ ਪਾਸੇ ਵੱਲ ਨੂੰ ਦੌੜ ਪਿਆ, ਪਿੱਛੋਂ ਪਰਤ ਕੇ ਨਹੀਂ ਵੇਖਿਆ ਵੀ ਗੁਰੂ ਸਾਹਿਬ ਮੈਨੂੰ ਬੁਲਾਉਣਗੇ, ਮੈਂ ਕਿਤੇ ਡੁੱਬ ਜਾਵਾਂਗਾ, ਜਦੋਂ ਮਾਰੀ ਜਾਣਾ ਤੇ ਫਿਰ ਮਿਲਣਾ ਕਿਹਨੂੰ ਹੈ। ਨਹੀਂ, ਉੱਥੇ ਲੈਣ ਦੀ ਇੱਛਾ ਹੀ ਨਹੀਂ ਹੁੰਦੀ, ਹੁਕਮ ਮੰਨਣ ਦੀ ਇੱਛਾ ਹੁੰਦੀ। ਨਹੀਂ ਤੇ ਬੰਦਾ ਦੌੜੇਗਾ ਵੀ, ਭੱਜੇਗਾ ਵੀ, ਤੇ ਪਿੱਛੋਂ ਵੇਖੇਗਾ ਵੀ ਜਿਹਨੇ ਕਿਹਾ ਹੈ ਵੀ ਜਾ ਦਰਿਆ ਵਿੱਚ ਛਾਲ ਮਾਰ ਦੇ, ਤੇ ਜੇ ਦਰਿਆ ਵਿੱਚ ਛਾਲ ਹੀ ਮਾਰ ਦਿੱਤੀ ਤੇ ਰਿਹਾ ਕੀ ਬਾਕੀ। ਸੰਸਾਰੀ ਬੰਦਾ ਸੋਚੇਗਾ, ਉੱਥੇ ਨਹੀਂ ਇਹ ਸੋਚ। ਇਸ ਲਈ ਸਾਧ ਸੰਗਤ ਜੀ, ਇਹ ਮਾਰਗ ਜਿਹੜਾ ਹੈ ਇਹ ਹੋਰ, ਇਹਦੀ ਫੀਸ ਵੱਖਰੀ ਹੈ। ਇਹ ਚੀਜ਼ਾਂ ਠੀਕ ਹੈ, ਅਸੀਂ ਆ ਪੰਥ ਵਿੱਚ ਤੁਰ ਰਹੇ ਹਾਂ, ਇਹ ਪੰਥ ਹੈ, ਇਹ ਅਗਲਾ ਮਾਰਗ ਨਹੀਂ। ਉਸ ਥਾਂ ਤੇ ਜਾ ਕੇ ਉਹਨਾਂ ਨੂੰ ਕਬੀਰ ਜੀ ਨੇ ਕਿਹਾ, ਕਬੀਰ ਕਸੌਟੀ ਰਾਮ ਕੀ, ਝੂਠਾ ਟਿਕੈ ਨਾ ਕੋਏ, ਰਾਮ ਕਸੌਟੀ ਸੋ ਸਹਿ, ਜੋ ਮਰ ਜੀਵਾ ਹੋਏ। ਉੱਥੇ ਇਹ ਦਲੀਲਾਂ, ਅਪੀਲਾਂ, ਵਿਚਾਰਾਂ ਇਹ ਨਹੀਂ ਉਸ ਦੁਨੀਆ ਵਿੱਚ ਕੰਮ ਕਰਦੀਆਂ। ਉੱਥੇ ਤਾਂ ਪਹਿਲਾਂ ਸਿਰ ਗਿਆ। ਜੇ ਰੰਚਕ ਮਾਤਰ ਵੀ ਆਪਣੇ ਆਪ ਨੂੰ ਬਚਾਉਣ ਦਾ ਖਿਆਲ ਆ ਗਿਆ, ਫਿਰ ਰੁਕਾਵਟ ਪੈ ਗਈ ਇੱਕ ਜਨਮ ਦੀ। ਜਦੋਂ ਆਦਮੀ ਬਿਲਕੁਲ, ਇਸ ਲਈ ਫਕੀਰੀ ਦੇ ਅਰਥ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਿਸੇ ਪੁੱਛੇ ਸਨ, ਫਕੀਰ ਨੇ ਸਾਰੀ ਉਮਰ ਉਹਨੇ ਲੰਘਾ ਦਿੱਤੀ ਸੀ। ਕਹਿਣ ਲੱਗਾ ਫਕੀਰੀ ਦੇ ਅਰਥ ਕੀ ਨੇ? ਤੇ ਗੁਰੂ ਸਾਹਿਬ ਕਹਿੰਦੇ ਫਕੀਰ ਜੀ ਤੁਸੀਂ ਕਰ ਹੀ ਰਹੇ ਹੋ ਫਕੀਰੀ, ਝੋਪੜੀ ਪਾਈ ਏ, ਕੱਪੜੇ ਪੁਰਾਣੇ ਨੇ, ਤੇ 2-4 ਚੇਲੇ ਵੀ ਹਨ। ਕਹਿੰਦੇ ਨਹੀਂ, ਤੁਸੀਂ ਦੱਸੋ ਫਕੀਰੀ ਕਿਹਨੂੰ ਕਹਿੰਦੇ ਨੇ? ਤੇ ਗੁਰੂ ਸਾਹਿਬ ਕਹਿੰਦੇ ਵੀ ਬਹੁਤੇ ਲਫ਼ਜ਼ ਨਹੀਂ ਮੈਂ ਬੋਲਣੇ, ਤੈਨੂੰ ਇੱਕੋ ਵਿੱਚ ਦੱਸ ਦੇਣਾ, ਫਕੀਰੀ ਫਨਾ ਹੈ। ਫਨਾ ਦਾ ਅਰਥ ਖਤਮ ਹੋ ਜਾਣਾ। ਵੇਖ ਲੈ ਤੇਰੇ ਵਿੱਚ ਹਿੰਮਤ ਹੈ ਤਾਂ ਮਿਟਾ ਸਕਣਾ ਆਪਣੇ ਆਪ ਨੂੰ। ਫਕੀਰੀ ਸਿੱਖੀ ਬਣਨਾ ਨਹੀਂ, ਮਿਟਾਉਣਾ ਹੈ। ਬਸ ਇਹ ਹੀ ਰਾਜ ਹੈ ਇਹਦੇ ਵਿੱਚ। ਬੀਜ ਕਹਿੰਦਾ ਮੈਂ ਮਿਟਣਾ ਨਹੀਂ, ਪਰ ਮੈਨੂੰ ਫੁੱਲ ਲੱਗ ਜਾਣ। ਫੁੱਲ ਦਾ ਬੀਜ ਜਿਹੜਾ, ਹੁਣ ਤੁਸੀਂ ਫਸਲ ਬੀਜੀ, ਫੁੱਲ ਕਿਵੇਂ ਖਿੜੇ ਨੇ? ਜਿਹੜਾ ਬੀਜ ਬੀਜਿਆ ਸੀ ਉਹ ਕਿੱਥੇ ਗਿਆ? ਜੇ ਉਹ ਬੀਜ ਕਹਿੰਦਾ ਮੈਂ ਨਹੀਂ ਮਿਟਣਾ, ਅੱਜ ਉਹਨੂੰ ਫੁੱਲ ਨਾ ਲੱਗਦੇ। ਜਿਨ੍ਹਾਂ ਦੀ ਜ਼ਿੰਦਗੀ ਵਿੱਚ ਬਸੰਤ ਆਈ ਹੈ, ਜਿਹੜੇ ਬ੍ਰਹਮ ਗਿਆਨੀ ਬਣੇ, ਜਿਨ੍ਹਾਂ ਦੀ ਜ਼ਿੰਦਗੀ ਵਿੱਚ ਫੁੱਲ ਖਿੜੇ ਨੇ, ਉਹ ਕੌਣ ਨੇ?
ਉਹਨਾਂ ਨੇ ਆਪਣੇ ਆਪੇ ਨੂੰ ਗਵਾ ਦਿੱਤਾ ਉਸ ਬੀਜ ਦੇ ਵਾਂਗ ਗੁਰੂ ਕੇ ਸ਼ਬਦ ਦੀ ਧਰਤੀ ਵਿੱਚ। ਪਰ ਉਹ ਗਵਾਚੇ ਨਹੀਂ, ਰੂਪ ਤਬਦੀਲ ਹੋ ਗਿਆ ਉਹਨਾਂ ਦਾ, ਬੂਟਾ ਬਣ ਕੇ ਉੱਗ ਪਏ, ਕਈ ਬੀਜ ਬਣ ਗਏ, ਇੱਕ ਤੋਂ ਅਨੇਕ ਲੱਖਾਂ ਬੀਜ। ਹੁਣ ਤੇ ਇੱਕ ਨੂੰ ਫੜ ਕੇ ਬੈਠੇ ਹਾਂ, ਉਹਨੂੰ ਅਸੀਂ ਛੱਡਦੇ ਨਹੀਂ, ਅਸੀਂ ਗੁਰੂ ਦੇ ਹੁਕਮ ਵਿੱਚ ਤੁਰਦੇ ਨਹੀਂ। ਜਿਨ੍ਹਾਂ ਨੇ ਆਪਣਾ ਆਪ ਮੇਟ ਦਿੱਤਾ, ਉਹਨਾਂ ਨੂੰ ਪਤਾ ਲੱਗਾ ਵੀ ਇੱਕ ਬੀਜ ਗਵਾਇਆ ਸੀ ਤੇ ਪਤਾ ਨਹੀਂ ਸਾਰਾ ਬ੍ਰਹਿਮੰਡ ਹੀ ਮੇਰਾ ਹੋ ਗਿਆ, ਜਿੱਥੋਂ ਮਰਜ਼ੀ ਹੱਥ ਪਾ ਲਓ। ਇਸ ਕਰਕੇ ਫਕੀਰੀ ਫਨਾ ਹੈ, ਮਨ ਦਿੱਤਾ ਮਨ ਵੇਚੈ ਸਤਿਗੁਰੂ ਕੈ ਪਾਸ, ਤੇ ਸੇਵਕ ਕੇ ਕਾਰਜ ਰਾਸ, ਸੇਵਾ ਕਰਤ ਹੋਏ ਨੇ ਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਮਨ ਦੇ ਦਿੱਤਾ। ਛੇਵੇਂ ਪਾਤਸ਼ਾਹ ਜੀ ਨੇ ਕਿਹਾ ਜਾ ਦਰਿਆ ਦੇ ਵਿੱਚ ਛਾਲ ਮਾਰ ਦੇ। ਦੌੜਿਆ ਜਾਂਦਾ ਹੈ ਬੜੀ ਜ਼ੋਰ ਨਾਲ, ਪਿੱਛੋਂ ਨਹੀਂ ਪਰਤ ਕੇ ਵੇਖਦਾ। ਤੇ ਜਦੋਂ ਸਤਿਗੁਰੂ ਨੇ ਉਹਦੀ ਦੌੜ ਵੇਖੀ ਨਾ, ਭੱਜਿਆ, ਟੈਸਟ ਕੀਤਾ ਵੀ ਇਹਦੇ ਮਨ ਦੇ ਵਿੱਚ ਹੁਣ ਹੋਰ ਕੁਝ ਨਹੀਂ, ਇਹ ਹੁਕਮ ਮੰਨਣ ਲਈ ਤਿਆਰ ਹੈ, ਪਿੱਛੋਂ ਵਹਿੰਦਾ ਹੀ ਨਹੀਂ, ਨਾ ਸਪੀਡ ਘਟਾਉਂਦਾ ਵੀ ਅੱਗੇ ਦਰਿਆ ਹੁੰਦਾ, ਬੜੀ ਤੇਜ਼ ਭੱਜਿਆ। ਗੁਰੂ ਨੇ ਕਿਹਾ, ਜਦੋਂ ਭੱਜ ਕੇ ਗਿਆ ਨਾ, ਮਹਾਰਾਜ ਇੱਕ ਸਿੱਖ ਨੂੰ ਕਹਿੰਦੇ ਵੀ ਜਾ ਘੋੜੇ ਤੇ ਚੜ੍ਹ ਕੇ ਇੱਕ ਸਾਈਡ ਤੋਂ ਨਿਕਲ ਜਾਈ, ਇਹਨੂੰ ਰੋਕੀ ਨਾ, ਜਿੱਥੇ ਬਿਲਕੁਲ ਦਰਿਆ ਦਾ ਸਿਰਾ ਆ ਜਾਏ, ਜਦੋਂ ਛਾਲ ਮਾਰਨ ਲੱਗੇ ਜੇ ਥੋੜਾ ਜਿਹਾ ਵੀ ਮੱਠਾ ਪੈ ਗਿਆ ਫਿਰ ਨਾ ਫੜੀ ਇਹਨੂੰ। ਜਦੋਂ ਵੇਖਿਆ ਵੀ ਛਾਲ ਮਾਰਨ ਹੀ ਲੱਗਾ, ਉਸ ਵੇਲੇ ਇਹਨੂੰ ਅੱਗੋਂ ਫੜ ਲਈ, ਫਿਰ ਛਾਲ ਨਾ ਮਾਰਨ ਦੇ ਤੇ ਘੋੜੇ ਤੇ ਬਿਠਾ ਕੇ ਸਾਡੇ ਕੋਲ ਲੈ ਆ। ਸਿੱਖ ਗਿਆ, ਪਰ ਉਹ ਹੈਰਾਨ ਸੀ, ਉਸ ਬੰਦੇ ਨੂੰ ਪਰਵਾਹ ਹੀ ਨਹੀਂ ਸੀ ਮੈਂ ਪਰਤ ਕੇ ਵੀ ਮੈਨੂੰ ਖੁਦਾ ਮਿਲਣਾ ਹੈ ਜੀ, ਮੈਨੂੰ ਰੱਬ ਮਿਲਣਾ ਹੈ ਜੀ, ਸਿੱਧਾ ਦੌੜਿਆ ਜਾ ਰਿਹਾ ਹੈ। ਜਦੋਂ ਉਹਨੇ ਵੇਖਿਆ ਵੀ ਇਹ ਤੇ ਨਹੀਂ ਰੁਕਦਾ, ਉਹਨੇ ਰੌਲਾ ਪਾ ਦਿੱਤਾ, ਕਹਿੰਦੇ ਰੁਕ ਜਾ, ਗੁਰੂ ਦਾ ਹੁਕਮ ਹੈ, ਨਾ ਛਾਲ ਮਾਰੀ ਨਾ ਮਾਰੀ। ਫੜ ਲਿਆ। ਉਹ ਕਹਿੰਦਾ ਜੀ ਤੁਸੀਂ ਕਿੱਥੋਂ ਆਏ ਹੋ? ਕਹਿੰਦੇ ਮੈਨੂੰ ਤੇ ਗੁਰੂ ਸਾਹਿਬ ਨੇ ਭੇਜਿਆ। ਕਹਿੰਦੇ ਮੈਨੂੰ ਹੁਕਮ ਸੀ ਛਾਲ ਮਾਰਨ ਦਾ? ਕਹਿੰਦੇ ਮੈਨੂੰ ਹੁਕਮ ਹੈ ਤੈਨੂੰ ਰੋਕਣ ਦਾ। ਕਹਿੰਦੇ ਅੱਛਾ, ਸਤ ਬਚਨ ਜੇ ਤੁਹਾਡਾ ਰੋਕਣ ਦਾ ਹੁਕਮ ਹੈ ਤੇ ਇਹ ਵੀ ਗੁਰੂ ਦਾ ਹੀ ਹੁਕਮ ਹੈ। ਇੰਨੀ ਕੁਰਬਾਨੀ ਹੈ। ਕੁਰਬਾਨੀ ਸ਼ਬਦ ਤਾਂ ਆਇਆ ਹੈ। ਇਸ ਲਈ ਕਬੀਰ ਜੀ ਕਹਿੰਦੇ ਨੇ ਵੀ ਜੇ ਤੂੰ ਗੁਰੂ ਨਾਲ ਤੁਰਨਾ ਹੈ, ਉਹ ਬਹੁਤ ਵੱਡੀ ਹਿੰਮਤ ਹੈ। ਵੇਖ ਸੰਸਾਰ ਦੇ ਵਿੱਚ ਜਿਨ੍ਹਾਂ ਨੇ ਸੰਸਾਰਕ ਪ੍ਰੇਮ ਕੀਤਾ ਹੈ, ਭਾਵੇਂ ਉਹ ਸੱਚਾ ਸੀ ਭਾਵੇਂ ਝੂਠਾ ਸੀ, ਉਹਨਾਂ ਵਿੱਚ ਕਿੰਨੀ ਹਿੰਮਤ ਸੀ। ਇਹ ਕਮਜ਼ੋਰ ਬੰਦਿਆਂ ਦਾ ਰਾਹ ਨਹੀਂ। ਅਸੀਂ ਐਵੇਂ ਕਹਿੰਦੇ ਹਾਂ ਵੀ ਹੁਣ ਇਹਨੂੰ ਕਹਿੰਦੇ ਕੁਝ ਨਹੀਂ ਆਉਂਦਾ, ਚਲੋ ਗੁਰਦੁਆਰੇ ਘੱਲ ਦਿਓ, ਹੁਣ ਕੁਝ ਨਹੀਂ ਕਰ ਸਕਦਾ, ਚਲੋ ਗੁਰਦੁਆਰੇ। ਤਾਂ ਹੀ ਤੇ ਸਾਡੇ ਵਿੱਚ ਸਾਰਾ ਕੁਝ ਹੋਇਆ। ਅਸੀਂ ਗੁਰਦੁਆਰੇ ਨੂੰ, ਧਰਮ ਨੂੰ, ਪਾਠ ਨੂੰ ਇਉਂ ਸਮਝਿਆ ਵੀ ਜਿਵੇਂ ਕਿਸੇ, ਇਉਂ ਕਹਿ ਲਓ ਵੀ ਜਿਹਨੇ ਕੁਝ ਨਹੀਂ ਕਰਨਾ ਉਹਨੂੰ ਕਹਿੰਦੇ ਤੁਸੀਂ ਪਾਠ ਸਿੱਖ ਲਓ। ਤਾਂ ਇਹ ਨੁਕਸ ਪਿਆ ਸਾਡੇ ਵਿੱਚ। ਇਸ ਲਈ ਅਸੀਂ ਕਹਿੰਦੇ ਹਾਂ ਵੀ ਇਹ ਜਿਹੜੀ ਲਾਈਨ ਹੈ ਬਿਲਕੁਲ ਇਹ ਗੁਰੂ ਸਾਹਿਬ ਦੇ ਹੁਕਮ ਦੇ ਉਲਟ ਸੀ। ਸਭ ਤੋਂ ਉੱਚੀ ਸਟੱਡੀ ਇਹ ਸੰਸਾਰ ਦੀ, ਧਰਮ ਜਿਹੜਾ, ਇਹਦੀ ਕੀਮਤ ਸਭ ਤੋਂ ਜ਼ਿਆਦਾ ਹੈ। ਇਸ ਕਰਕੇ ਉਹਨੂੰ ਵਾਪਸ ਜਦੋਂ ਲੈ ਕੇ ਆਏ ਨਾ, ਤੇ ਉਸੇ ਤਰ੍ਹਾਂ ਉਹਦਾ ਚਿਹਰਾ ਗੁਰੂ ਦੇ ਪਿਆਰ ਵਿੱਚ, ਗੁਰੂ ਹਰਗੋਬਿੰਦ ਸਾਹਿਬ ਜਿਹੜੇ ਕਹਿੰਦੇ ਸਨ ਧੱਕਾ ਮਾਰ ਦਿਓ, ਉਸਨੂੰ ਬਾਹਰ ਕੱਢ ਦਿਓ, ਦੌੜ ਜਾ, ਭੱਜ ਜਾ। ਜਿਸ ਵੇਲੇ ਸਾਧ ਸੰਗਤ ਜੀ ਇਹ ਅਵਸਥਾ ਆਈ ਨਾ, ਤੇ ਉਹ ਗੁਰੂ ਜੀ ਨੇ ਕਿਹਾ ਸੀ ਧੱਕੇ ਮਾਰ ਕੇ ਕੱਢ ਦਿਓ, ਅੱਗੋਂ ਆਪ ਤੁਰ ਕੇ ਜਾ ਰਹੇ ਨੇ ਉਹਦੇ ਵੱਲ। ਹੁਣ ਬਦਲ ਗਈ ਗੱਲ, ਹੁਣ ਅੱਗੇ ਚਲੀ ਗਈ। ਜਿਹਨੂੰ ਕਬੀਰ ਜੀ ਕਹਿੰਦੇ ਅਬ ਤੋ ਜਾਏ ਚੜੇ ਸਿੰਘਾਸਨ, ਅਬ ਤੋ ਜਾਏ ਚੜੇ ਸਿੰਘਾਸਨ, ਅਬ ਤੋ ਜਾਏ ਚੜੇ मिले हैं सारंग पानी, मिले हैं सारंग पानी, मिले हैं सारंग पानी, मिले हैं सारंग पानी। राम कबीरा एक पहे हैं, राम कबीरा एक पहे हैं।
कोई न सकै पछानी, कोई न सकै पछानी, कोई न सकै सतगुरु अगों दी गए। जानी खान सामने आया ते हजूर ने कहा हुण दस की कहना। इस वारी सतगुरां दे शब्दां दे विच कोई गजब दी अंदर खिच सी। उन्हें कहा जी महाराज बस इक्को ही हुण इच्छा बची है जीवन दी कि जानी को जानी मिला दो। सतगुरु ने सिर ते रखिया हथ ते जेड़ी अंदर रुकावट सी वो सारी तोड़ के अंदर रंग ला दिता, पार उतारा कर दिता। अंदर दी जिहड़ी कूड़ दी कंध सी वो सारी टुट गई। अज जानी खान नूं पता लगा भी जीवन की है। बाहरों कुछ नहीं लगा, हुण भी नहीं लगेगा पता जिन्हां ने कुछ कीता नहीं भी की होया जी। सिर ते हथ रखिया तो किरपा हो गई, ये कोई काम है? ये की होया जी? जां ते कोई गल बाहरों बनदी ना, कुछ मिलदा। मैं कल भी कहा सी असीं किरपा होर गल्लां नूं कहने आ, वो किरपा, ये किरपा अंदरली सी, अंदरली दात। बस इनू इन्हां लफ्जां विच ही कहा जा सकता है, इहदे होर कोई अर्थ नहीं। जां फिर ऐसा नाम निरंजन होए जे को मन जाणै मन कोए। ਜਿਹੜਾ ਇੱਥੇ ਜਾਏਗਾ ਉਹਨੂੰ ਵੀ ਪਤਾ ਲੱਗਣਾ ਵੀ ਕਿਰਪਾ ਕੀ ਹੁੰਦੀ। ਬਸ ਗੁਰਮਤਿ ਵਿੱਚ ਲਫ਼ਜ਼ ਇੱਕੋ ਹੀ ਹੈ, ਕਿਰਪਾ ਸਭ ਤੋਂ ਉੱਚਾ ਆਉਂਦਾ ਹੈ, ਬਖਸ਼ਿਸ਼। ਇਹਦੇ ਤੋਂ ਅੱਗੇ ਹੋਰ ਕੁਝ ਵੀ ਨਹੀਂ। ਬਾਕੀ ਚੀਜ਼ਾਂ ਪਰਮਾਰਥ ਦੀਆਂ ਸਾਰੀਆਂ ਇਹਦੇ ਤੋਂ ਛੋਟੀਆਂ। ਇਸ ਕਰਕੇ ਰਹਿਮਤ ਹੋਈ ਅੰਦਰ, ਉਹਨੇ ਰੰਗ ਮਾਣਿਆ ਅਕਾਲ ਪੁਰਖ ਦੇ ਪ੍ਰੇਮ ਦਾ। ਤੇ ਇਸ ਤਰ੍ਹਾਂ ਕਹਿੰਦੇ ਭਾਣੇ ਵਿੱਚ ਚੱਲ ਕੇ ਗੁਰਮੁਖ ਨੇ ਇਸ ਦਾਤ ਨੂੰ ਪ੍ਰਾਪਤ ਕੀਤਾ ਹੈ। ਭਾਈ ਗੁਰਦਾਸ ਜੀ ਕਹਿੰਦੇ ਪੈਰੀ ਪੈ ਪਾ ਖਾਕ ਹੋਏ। ਪਾ ਦਾ ਅਰਥ ਹੈ ਪੈਰ, ਖਾਕ ਹੋਏ, ਪੈਰਾਂ ਦੀ ਖਾਕ ਬਣ ਗਿਆ ਉਹ ਗੁਰਮੁਖ। ਉਹਨੇ ਹਉਮੈ ਨੂੰ ਖਤਮ ਕਰ ਦਿੱਤਾ। ਗੁਰੂ ਦੇ ਚਰਨਾਂ ਦੀ ਧੂੜ ਯਾਨੀ ਕਿ ਜੋ ਆਪਣੇ ਆਪ ਨੂੰ ਹੁਕਮ ਦੇ ਵਿੱਚ ਘੋਲ ਦਿੱਤਾ, ਮਿੱਟੀ ਬਣਾ ਦਿੱਤਾ। ਦਰਗਹਿ ਪਾਵੈ ਮਾਣ ਨਿਮਾਣਾ, ਨਿਮਾਣਾ ਹੋ ਕੇ ਜੀਵਿਆ। ਕੋਈ ਅੰਦਰ ਦਾਵਾ ਨਹੀਂ ਕੀਤਾ ਕਦੀ ਵੀ ਮੈਂ ਇੰਨੀ ਸੇਵਾ ਕੀਤੀ ਹੈ। ਆਪਣੇ ਆਪ ਨੂੰ ਜਣਾਇਆ ਨਹੀਂ, ਆਪਣੇ ਆਪ ਨੂੰ ਵਿਖਾਇਆ ਨਹੀਂ। ਇਸੇ ਕਰਕੇ ਦਰਗਾਹ ਦੇ ਵਿੱਚ ਗੁਰੂ ਨਾਨਕ ਦੇ ਘਰ ਵਿੱਚ ਉਹਨੂੰ ਨਿਮਾਣੇ ਨੂੰ ਮਾਣ ਮਿਲਿਆ। ਤੇ ਭਾਈ ਗੁਰਦਾਸ ਕਹਿੰਦੇ ਵਰਤਮਾਨ ਵਿੱਚ ਵਰਤਦਾ ਹੋਵਣ ਹਾਰ ਸੋਈ ਪਰਵਾਣਾ। ਵਰਤਮਾਨ ਵਿੱਚ ਜੋ ਵਰਤ ਰਿਹਾ, ਜੋ ਹੋ ਰਿਹਾ। ਤੇ ਇੱਕ ਵਰਤਮਾਨ ਦੇ ਅਰਥ ਨੇ ਇਸੇ ਸਮੇਂ ਵਿੱਚ, ਜਿਹੜਾ ਹੁਣ ਸਮਾਂ, ਹੁਣ ਜਿੰਨਾ ਟਾਈਮ ਹੋਇਆ ਹੈ, ਨਾ ਇਹਦੇ ਪਿੱਛੇ ਜਾਂਦਾ ਤੇ ਨਾ ਅੱਗੇ ਦੀ ਸੋਚਦਾ। ਇਹਨੂੰ ਕਹਿੰਦੇ ਵਰਤਮਾਨ ਵਿੱਚ ਰਹਿਣਾ। ਇਹਨੂੰ ਕਹਿੰਦੇ ਬੰਦੇ ਦਾ ਮਨ ਹੁਣ ਇਕਾਗਰ ਹੋ ਗਿਆ। ਇਕਾਗਰ ਜਦੋਂ ਵੀ ਮਨ ਹੋਏਗਾ, ਜਦੋਂ ਕਿਸੇ ਦਾ ਮਨ ਇਕਾਗਰ ਹੋਇਆ ਹੋਵੇ ਨਾ, ਕਿਤੇ ਖੁਸ਼ੀ ਵਿੱਚ ਹੋਵੇ, ਭਾਵੇਂ ਕਿਸੇ ਤਰੀਕੇ ਨਾਲ ਹੋਵੇ, ਉਹਨੂੰ ਜੇ ਕਹੀਏ ਵੀ ਸਵੇਰੇ ਕੀ ਕਰਨਾ, ਉਹ ਕਹਿੰਦਾ ਛੱਡ ਪਰਾਂ, ਕੱਲ ਬਾਰੇ ਸਵੇਰੇ ਵੇਖਾਂਗੇ। ਕਿਉਂਕਿ ਵਰਤਮਾਨ ਵਿੱਚ ਇਹ ਮਨ ਟਿਕਦਾ ਹੀ ਉਦੋਂ ਹੈ ਜਦੋਂ ਇਸ ਸਮੇਂ ਵਿੱਚ ਆ ਜਾਂਦਾ, ਹੁਣ ਵਿੱਚ। ਕਹਿੰਦੇ ਉਹ ਸਦਾ ਹੀ ਗੁਰਮੁਖ ਨਾ ਤੇ ਪਿੱਛੇ ਦੇ ਪਛਤਾਵੇ ਵਿੱਚ ਰਹਿੰਦਾ ਵੀ ਕੱਲ ਕੀ ਕੀਤਾ ਸੀ, ਤੇ ਨਾ ਆਉਣ ਵਾਲੇ ਸਮੇਂ ਦੀ ਚਿੰਤਾ ਕਰਦਾ। ਵਰਤਮਾਨ ਵਿੱਚ ਉਹਦਾ ਮਨ ਟਿਕ ਜਾਂਦਾ ਹੈ। ਵਰਤਮਾਨ ਵਿੱਚ ਵਰਤਦਾ ਹੋਵਣ ਹਾਰ ਸੋਈ ਪਰਵਾਣਾ। ਕਿਉਂਕਿ ਉਹਨੂੰ ਪਤਾ ਵੀ ਅੱਜ ਤੋਂ ਪਹਿਲਾਂ ਜੋ ਕੁਝ ਹੋ ਗਿਆ ਇਸੇ ਤਰ੍ਹਾਂ ਹੋਣਾ ਸੀ, ਉਸੇ ਤਰ੍ਹਾਂ ਹੋ ਗਿਆ, ਉਹਨੂੰ ਕੋਈ ਬਦਲ ਨਹੀਂ ਸਕਦਾ। ਨਾਲੇ ਉਹ ਲੰਘ ਗਿਆ। ਤੇ ਬਾਕੀ ਚਿੰਤਾ ਹੈ ਵੀ ਕੱਲ ਕੀ ਹੋਣਾ ਹੈ, ਕੱਲ ਵੀ ਜੋ ਕੁਝ ਹੋਣਾ ਉਸੇ ਤਰ੍ਹਾਂ ਹੋਣਾ। ਇਸ ਕਰਕੇ ਉਹ ਵਰਤਮਾਨ ਵਿੱਚ ਟਿਕ ਗਿਆ ਗੁਰੂ ਕੇ ਚਰਨਾਂ। ਉਹਨੂੰ ਕੱਲ ਦੀ ਪਰਵਾਹ ਨਹੀਂ ਰਹੀ, ਲੰਘੇ ਦਾ ਪਛਤਾਵਾ ਨਹੀਂ, ਆਉਣ ਵਾਲੇ ਦੀ ਚਿੰਤਾ। ਇਕਾਗਰ ਹੋ ਕੇ ਜਿਉਂਦਾ। ਤੇ ਜਿਉਂ ਹੀ ਉਹ ਵਰਤਮਾਨ ਹੁੰਦਾ, ਉਹਦੀ ਮਨ ਦੀ ਸੋਈ ਉਸ ਥਾਂ ਤੇ ਲੱਗ ਜਾਂਦੀ ਜਿੱਥੇ ਖੁਸ਼ੀ ਦਾ ਸੋਮਾ ਹੈ ਬੰਦੇ ਦੇ ਅੰਦਰ, ਜਿੱਥੇ ਗਮ ਨਹੀਂ, ਚੜ੍ਹਦੀ ਕਲਾ ਹੈ, ਇੱਕ ਨਸ਼ਾ ਹੈ ਉਸ ਦੁਨੀਆ ਦੇ ਵਿੱਚ, ਉੱਥੇ ਚਲਾ ਜਾਂਦਾ। ਤੇ ਭਾਈ ਸਾਹਿਬ ਕਹਿੰਦੇ ਕਾਰਨ ਕਰਤਾ ਜੋ ਕਰੈ, ਸਿਰ ਧਰ ਮਨ ਕਰੈ ਸ਼ੁਕਰਾਨਾ। ਦੋ ਅਵਸਥਾਵਾਂ ਨੇ, ਜਾਂ ਸ਼ਿਕਾਇਤ ਵਿੱਚ ਰਹਿਣਾ ਤੇ ਜਾਂ ਸ਼ੁਕਰਾਨੇ ਵਿੱਚ। ਕਹਿੰਦੇ ਸ਼ਿਕਾਇਤ ਉਹਦੀ ਜ਼ਿੰਦਗੀ ਵਿੱਚੋਂ ਖੰਭ ਲਾ ਕੇ ਉੱਡ ਗਈ।
ਉਹਨੇ ਕਦੀ ਉਲਾਮਾ ਦਿੱਤੇ ਹੀ ਨਹੀਂ। ਲਗਾਤਾਰ ਸ਼ੁਕਰਾਨਾ, ਜੋ ਹੋ ਰਿਹਾ ਉਹਦੇ ਵਿੱਚ ਖੁਸ਼ ਲਗਾਤਾਰ। ਬਸ ਇਹ ਸਾਰੀਆਂ ਸੁੱਖਾਂ ਦਾ ਔਰ ਤੰਦਰੁਸਤੀਆਂ ਦਾ ਸੋਮਾ, ਸ਼ੁਕਰਾਨੇ ਵਿੱਚ ਜ਼ਿੰਦਗੀ ਜਿਉਣੀ। ਜਿਵੇਂ ਦਾ ਜੀਵਨ ਮਿਲਿਆ ਉਹਦੇ ਵਿੱਚ ਆਨੰਦਿਤ ਰਹਿਣਾ, ਖੁਸ਼ ਰਹਿਣਾ। ਕਾਰਨ ਕਰਤਾ ਜੋ ਕਰੇ ਸਿਰ ਧਰ, ਸਿਰ ਦੇ ਉੱਤੇ ਰੱਖ ਕੇ ਹੁਕਮ ਮੰਨ ਲੈਣਾ। ਕਹਿੰਦੇ ਰਾਜੀ ਹੋਏ ਰਜਾਏ ਵਿੱਚ, ਦੁਨੀਆ ਅੰਦਰ ਜਿਉ ਮਹਿਮਾਨਾ। ਇਹ ਜੁਗਤ ਦੱਸ ਰਹੇ ਨੇ ਸਿੱਖੀ ਦੀ ਵੀ ਇਸ ਜ਼ਮੀਨ ਤੇ ਮਹਿਮਾਨ ਬਣ ਕੇ ਰਹਿਣਾ, ਪ੍ਰਾਹੁਣਾ ਬਣ ਕੇ ਰਹਿਣਾ। ਪ੍ਰਾਹੁਣੇ ਦੇ ਕੀ ਗੁਣ ਨੇ, ਬੜੀਆਂ ਬਾਕਮਾਲ ਉਦਾਹਰਨਾਂ ਦਿੱਤੀਆਂ ਨੇ। ਪ੍ਰਾਹੁਣਾ ਕਿਵੇਂ ਰਹਿੰਦਾ ਹੈ? ਖਾਂਦਾ ਪੀਂਦਾ ਤੇ ਵਧੀਆ ਹੈ, ਪਰ ਉਸ ਘਰ ਦੇ ਵਿੱਚ ਪ੍ਰੀਤ ਨਹੀਂ ਜੋੜਦਾ। ਉਹਨੂੰ ਪਤਾ ਮੈਂ ਕੁਝ ਦਿਨਾਂ ਵਾਸਤੇ ਇੱਥੇ। ਉਹ ਵਸਤਰ ਵੀ ਚੰਗੇ ਪਾਉਂਦਾ ਹੈ, ਉਹ ਖਾਂਦਾ ਪੀਂਦਾ ਵੀ ਬਹੁਤ ਵਧੀਆ ਹੈ, ਪਰ ਉਹਦੇ ਵਿੱਚ ਖੁੱਭਦਾ ਨਹੀਂ ਘਰ 'ਚ। ਉਹਨੂੰ ਪਤਾ ਵੀ ਮੈਂ ਇੱਥੇ ਕੁਝ ਵਕਤ ਲਈ ਆਇਆ ਤੇ ਇਸ ਤੋਂ ਅੱਗੇ ਚਲੇ ਜਾਣਾ। ਇਹ ਜੇ ਅੰਦਰ ਬਿਰਤੀ ਆ ਜਾਏ, ਅੰਦਰ ਪਿਆਰ ਪੈਦਾ ਹੋ ਜਾਏ, ਤਾਂ ਫਿਰ ਬਾਹਰੋਂ ਆਦਮੀ ਜੇ ਸੰਸਾਰੀ ਹੈ, ਪਦਾਰਥ ਵਿੱਚ ਹੈ, ਤੇ ਉਸ ਪਦਾਰਥ ਦਾ ਉਹਦੇ ਮਨ ਤੇ ਕੋਈ ਮੈਲ, ਕੋਈ ਪਰਛਾਵਾਂ ਨਹੀਂ ਪੈਂਦਾ। ਪਰ ਇਹ ਪ੍ਰਾਹੁਣਾ ਤਾਂ ਆਪਣੇ ਆਪ ਨੂੰ ਜਾਣੇਗਾ ਜੇ ਉਹਦੇ ਅੰਦਰ ਨਾਮ ਦੀ ਦਾਤ ਟਿਕੀ ਹੋਵੇ। ਉਹ ਇੱਕ ਸੰਨਿਆਸ ਹੈ, ਬਾਹਰੋਂ ਪਦਾਰਥ ਵਿੱਚ ਰਹਿਣਾ ਤੇ ਅੰਦਰੋਂ ਉੱਪਰ ਰਹਿਣਾ, ਉੱਚੇ ਉੱਠੇ ਰਹਿਣਾ, ਬੜਾ ਕਠਿਨ। ਨਹੀਂ ਤੇ ਆਮ ਤੌਰ ਤੇ ਬਾਹਰੋਂ ਅਸੀਂ ਫਕੀਰ ਬਣੇ ਰਹਿੰਦੇ ਹਾਂ ਤੇ ਅੰਦਰੋਂ ਸਾਧ ਸੰਗਤ ਜੀ ਸਾਡੇ ਫਕੀਰੀ ਸਿੱਖੀ ਹੁੰਦੀ ਨਹੀਂ। ਪਰ ਸਤਿਗੁਰੂ ਨੇ ਸਾਨੂੰ ਸੰਨਿਆਸ ਸਿਖਾਇਆ। ਰੇ ਮਨ ਐਸੋ ਕਰ ਸੰਨਿਆਸਾ, ਮਨ ਸੇ ਸਦਨ ਸਭੈ ਕਰ ਸਮਝੋ ਮਨ ਹੀ ਮਾਹੇ ਉਦਾਸਾ। ਉਦਾਸੀ ਤੂੰ ਮਨ ਵਿੱਚ ਕਰ, ਰਾਜ ਮੈਂ ਰਾਜ, ਜੋਗ ਮੈਂ ਜੋਗੀ, ਤਪ ਮੈਂ ਤਪੀਸਰ, ਗ੍ਰਸਤ ਮੈਂ ਭੋਗੀ। ਬੜੀ ਔਖੀ ਅਵਸਥਾ ਲੱਭਣੀ, ਵਿੱਚ ਰਹਿਣਾ। ਇਹਨੂੰ ਜਨਕ ਰਾਜ ਕਿਹਾ। ਜਨਕ ਰਾਜਾ ਸੀ ਨਾ ਜਿਹੜਾ, ਜਨਕ ਜਿਹੜਾ ਬੜਾ ਚਿਰ ਲੱਭਦਾ ਰਿਹਾ ਇਸ ਤਰ੍ਹਾਂ ਦੇ ਫਕੀਰ ਨੂੰ, ਜਾਂ ਉਹ ਪੁੱਛਦਾ ਰਿਹਾ ਮੈਨੂੰ ਗਿਆਨ ਦਿਓ, ਗਿਆਨ। ਕੋਈ ਉਹਨੂੰ ਨਹੀਂ ਸੀ ਮਿਲਦਾ। ਜਿੰਨੇ ਲੋਕ ਆਉਂਦੇ ਸਨ ਉਹਨਾਂ ਨੂੰ ਪਤਾ ਲੱਗਦਾ ਸੀ ਵੀ ਜਨਕ ਬਹੁਤ ਵੱਡਾ ਰਾਜਾ ਸੀ, ਚੱਕਰਵਰਤੀ। ਤੇ ਉਹ ਪਤਾ ਲੱਗਣਾ ਵੀ ਇਹ ਕਿਸੇ ਇਸ ਤਰ੍ਹਾਂ ਦੇ ਗੁਰੂ ਨੂੰ ਲੱਭਦਾ ਪਿਆ ਵੀ ਜਿਹੜਾ ਇਹਨੂੰ ਗਿਆਨ ਦੇਦਾ ਹੈ। ਤੇ ਤੁਹਾਨੂੰ ਪਤਾ ਵੀ ਜਦੋਂ ਇਸ ਤਰ੍ਹਾਂ ਦੇ ਵੱਡੇ ਲੋਕ ਕੁਝ ਨਾ ਕੁਝ ਮੰਗਣ ਤੇ ਧਰਮੀ ਬੰਦੇ ਭੱਜ ਭੱਜ ਕੇ ਉਹਨਾਂ ਕੋਲ ਜਾਂਦੇ ਨੇ ਵੀ ਜੇ ਇਹਦੇ ਨਾਲ ਗੱਲ ਬਣ ਗਈ ਨਾ ਫਿਰ ਸਾਰੀ ਉਮਰ ਪਰਵਾਹ ਨਹੀਂ। ਉਹਦੇ ਕੋਲ ਵੀ ਬਹੁਤ ਆਏ, ਬੜੇ ਪੰਡਤ, ਬੜੇ ਸੰਨਿਆਸੀ, ਬੜੇ ਲੋਕ ਵੀ ਦਈਏ ਤੁਹਾਨੂੰ ਗਿਆਨ, ਪਰ ਉਹ ਆਮ ਬੰਦਾ ਨਹੀਂ ਸੀ। ਜਦੋਂ ਕਿਸੇ ਨੇ ਆਉਣਾ ਉਹਨੇ ਕਹਿਣਾ ਜੀ ਦੱਸੋ ਕੀ ਕਰਾਂ? ਕਹਿੰਦੇ ਆ ਸਿੰਘਾਸਨ ਛੱਡ ਦੇ, ਰਾਜ ਛੱਡ ਦੇ। ਕਿੱਥੇ ਜਾਈਏ? ਕਹਿੰਦੇ ਫਲਾਣੇ ਆਸ਼ਰਮ ਵਿੱਚ, ਫਲਾਣੇ ਜੰਗਲ ਵਿੱਚ। ਉਹਨੇ ਕਿਹਾ ਨਹੀਂ, ਮੈਂ ਇਸ ਤਰ੍ਹਾਂ ਦਾ ਗਿਆਨ ਲੈਣਾ ਚਾਹੁੰਦਾ ਵੀ ਸਿੰਘਾਸਨ ਦੇ ਉੱਤੇ ਬਹਿ ਕੇ, ਮਹਿਲ ਦੇ ਵਿੱਚ ਰਹਿ ਕੇ ਮੈਂ ਸੰਨਿਆਸੀ ਬਣਨਾ। ਉਹਨਾਂ ਕਹਿਣਾ ਜੀ ਇਹ ਕੰਮ ਨਹੀਂ ਹੋ ਸਕਦਾ, ਜਾਂ ਸੰਨਿਆਸੀ ਤੇ ਜਾਂ ਸੰਸਾਰੀ। ਇਸ ਤਰ੍ਹਾਂ ਚੱਲਦਾ ਰਿਹਾ। ਫਿਰ ਇੱਕ ਅਸ਼ਟਾਵਕਰ ਆਇਆ, ਉਹਨੇ ਮੰਗੀਆਂ। ਉਹਨੇ ਵੀ ਉਹ ਚੀਜ਼ਾਂ ਤਿੰਨ, ਤਨ ਮਨ ਔਰ ਧਨ ਮੰਗਿਆ, ਪਰ ਉਹਨੇ ਕਿਹਾ ਵੀ ਮੈਂ ਤੇਰੇ ਕੋਲੋਂ ਸਿਰਫ ਲੈਣਾ ਹੈ, ਮੈਂ ਤੇਰੇ ਕੋਲੋਂ ਖੋਹਣੀਆਂ ਨਹੀਂ। ਚੀਜ਼ਾਂ ਤੇਰੇ ਕੋਲ ਹੀ ਰਹਿਣਗੀਆਂ, ਦੇ ਮੈਨੂੰ ਦੇ, ਤੇਰੀ ਮਰਜ਼ੀ ਨਹੀਂ ਚੱਲੇਗੀ। ਇਹ ਤਰੀਕਾ ਗੁਰੂ ਸਾਹਿਬ ਨੇ ਦੱਸਿਆ ਵੀ ਜੇ ਤੂੰ ਪ੍ਰਾਹੁਣਾ ਬਣ ਕੇ ਦੁਨੀਆ ਵਿੱਚ ਰਵੇਂ ਉਹਦੇ ਵਾਂਗ। ਜਨਕ ਨੇ ਫਿਰ ਇਹਦਾ ਅਭਿਆਸ ਕੀਤਾ ਬਹੁਤ ਲੰਬਾ। ਛੋਟੀ ਗੱਲ ਨਹੀਂ ਸੀ ਇਹ, ਸੰਸਾਰ ਦੇ ਵਿੱਚ ਰਹਿਣਾ ਤੇ ਵੱਖਰੇ ਬਹੁਤ ਔਖਾ। ਉਹਨੇ ਇਹ ਬਹੁਤ ਲੰਬਾ ਅਭਿਆਸ ਕੀਤਾ ਤੇ ਵੇਖ ਕੇ ਲੋਕ, ਬਹੁਤ ਸਾਰੇ ਲੋਕ ਕਹਿੰਦੇ ਵੀ ਸਨ ਵੀ ਇਹ ਕਿਵੇਂ ਦਾ ਧਰਮ ਇਹਦਾ। ਜਦੋਂ ਕਹਿੰਦੇ ਨੇ ਉਹਨੂੰ ਫਿਰ ਦਾਤ ਮਿਲੀ ਨਾ ਅਕਾਲ ਪੁਰਖ ਦੇ ਦਰੋਂ, ਬ੍ਰਹਮ ਗਿਆਨ ਦੀ ਦਾਤ ਮਿਲ ਗਈ ਜਨਕ ਨੂੰ। ਉਹਦਾ ਮਨ ਟਿਕ ਗਿਆ ਨਾਮ ਵਿੱਚ ਤੇ ਦੂਰ ਦੂਰ ਤੱਕ ਪਤਾ ਲੱਗਾ। ਤੇ ਇੱਕ ਬਹੁਤ ਵੱਡਾ ਰਿਸ਼ੀ ਸੀ, ਉਹਦਾ ਨਾਮ ਸੀ ਸੁਖਦੇਵ, ਸੁਖਦੇਵ ਮੁਨੀ। ਹੁਣ ਸੁਖਦੇਵ ਨੇ ਘਰ ਛੱਡਿਆ ਸੀ, ਜੰਗਲ ਵਿੱਚ ਰਹਿੰਦਾ ਸੀ।
ਉਹਨੂੰ ਕਿਸੇ ਕਿਹਾ ਵੀ ਸੁਖਦੇਵ ਤੂੰ ਤਾਂ ਘਰ ਛੱਡ ਕੇ ਆ ਗਿਆ, ਆਪਾਂ ਪਿੱਛੇ ਵਿਚਾਰ ਕੀਤੀ ਸੀ 12 ਵਰੇ ਗਰਭਾਸ ਰਹਿ ਸੁਖ ਜੰਮਦਿਆਂ ਹੀ ਸੁਖ ਲਈ ਉਦਾਸੀ, ਉਹ ਸੁਖਦੇਵ ਸੀ। ਉਹਨੇ ਕਿਹਾ ਵੀ ਜਨਕ ਜਿਹੜਾ ਨਾ ਉਹਦਾ ਪਾਰ ਉਤਾਰਾ ਹੋ ਗਿਆ ਸਿੰਘਾਸਨ ਤੇ ਬੈਠਿਆ ਰਾਜ ਵਿੱਚ। ਕਿਵੇਂ? ਕਹਿੰਦੇ ਮੈਂ ਵੇਖ ਕੇ ਆਉਣਾ ਕਿਵੇਂ ਹੋਇਆ। ਤੇ ਮੈਂ ਆਖਰ ਹਰ ਇੱਕ ਕੋਈ ਵਿਰਲੇ ਨੇ ਜਿਹੜੇ ਧਰਮੀ ਬੰਦੇ ਅੱਜ ਵੀ ਜੇ ਸੱਚੀ ਪੁੱਛੋ, ਨਹੀਂ ਤੇ ਬੰਦੇ ਦਾ ਮਨ ਹੁੰਦਾ ਵੀ ਇਹਨੂੰ ਆਪਣੇ ਥੱਲੇ ਲੱਤ ਥੱਲੇ ਰੱਖਣਾ। ਪੰਜਾਬੀ ਦੀ ਇੱਕ ਕਹਾਵਤ ਹੈ, ਲੱਤ ਦੇ ਥੱਲੇ ਰੱਖਣਾ, ਵੀ ਆ ਜਿੰਨੇ ਬੰਦੇ ਮੇਰੇ ਥੱਲੇ ਰਹਿਣ, ਹਰਾਉਣਾ। ਖਾਸ ਕਰਕੇ ਵਿਦਵਾਨਾਂ ਦੀ ਦੁਨੀਆ ਵਿੱਚ ਨੁਕਸ ਹੁੰਦਾ ਹੀ ਹੁੰਦਾ ਹੈ। ਉਹ ਜਦੋਂ ਆਇਆ ਤੇ ਉਹਨੇ ਕਿਹਾ ਵੀ ਉਹ ਕੌਣ ਹੋ ਸਕਦਾ ਵੀ ਜਿਹੜਾ ਇੱਥੇ ਘਰ ਵਿੱਚ ਰਹਿ ਕੇ ਬ੍ਰਹਮ ਗਿਆਨੀ ਬਣ ਗਿਆ। ਵੀ ਮੈਂ ਤੇ ਦੁਨੀਆ ਛੱਡਤੀ ਸਾਰੀ। ਜਿਹੜੇ ਲੋਕ ਦੁਨੀਆ ਛੱਡ ਦਿੰਦੇ ਨਾ ਉਹਨਾਂ ਵਿੱਚ ਈਰਖਾ ਜਿਹੀ ਹੁੰਦੀ ਹੈ ਜਿਹਨਾਂ ਦੁਨੀਆ ਦੇ ਵਿੱਚ ਲੋਕ ਰਹਿੰਦੇ, ਕਿਉਂਕਿ ਉਹ ਛੱਡ ਚੁੱਕੇ ਹੁੰਦੇ ਨੇ ਵਿਚਾਰੇ, ਅੰਦਰੋਂ ਛੱਡਿਆ ਨਹੀਂ ਹੁੰਦਾ, ਇਸ ਕਰਕੇ ਗੁੱਸੇ 'ਚ ਰਹਿੰਦੇ ਨੇ ਵੀ ਕਿਉਂ ਛੱਡਿਆ। ਬੜੇ ਅੰਦਰੋਂ ਕਲਪਦੇ ਰਹਿੰਦਾ ਵਿੱਚੋਂ ਵਿੱਚ, ਪਤਾ ਨਹੀਂ ਲੱਗਦਾ ਕਿਸੇ ਨੂੰ। ਸੰਨਿਆਸੀ ਹੁੰਦੇ ਨੇ, ਬੜੇ ਕੱਪੜੇ ਪਾਏ ਹੁੰਦੇ ਉਹਨਾਂ ਦੇ ਉੱਤੇ। ਕੁਝ ਵਿਰਲੇ ਨੇ ਜਿਹੜੇ ਅੰਦਰੋਂ ਵੀ ਛੱਡ ਜਾਂਦੇ ਨੇ। ਤਾਂ ਜਦੋਂ ਉਹ ਮਿਲਣ ਵਾਸਤੇ ਆਇਆ ਤੇ ਅੰਦਰ ਖਬਰ ਦਿੱਤੀ ਦੁਆਰਪਾਲ ਨੇ ਵੀ ਸੁਖਦੇਵ ਮੁਨੀ ਜੀ ਆਏ ਨੇ ਤੇ ਜਨਕ ਜੀ ਬੈਠੇ ਸਨ, ਰਾਜ ਦਰਬਾਰ ਲੱਗਾ ਹੈ, ਬੜੀ ਕੀਮਤੀ ਮਖਮਲ ਵਿਛਿਆ ਹੋਇਆ, ਲਾਈਟਾਂ ਜਗਦੀਆਂ ਨੇ, ਨੌਕਰ ਚਾਕਰ ਫਿਰਦੇ ਨੇ, ਦਰਬਾਰ ਲੱਗਾ ਹੈ, ਸਿੰਘਾਸਨ ਦੇ ਉੱਤੇ ਬੈਠਾ ਜਨਕ। ਉਹਨੇ ਕਿਹਾ ਜੀ ਦੂਰੋਂ ਇੱਕ ਆਦਮੀ ਬਹੁਤ ਵੱਡਾ ਰਿਸ਼ੀ ਮਿਲਣ ਆਇਆ। ਕਹਿੰਦੇ ਬਰਾਬਰ ਇੱਧਰ ਸਿੰਘਾਸਨ ਵਿਛਾਓ, ਬੜਾ ਸੋਹਣਾ, ਸੋਹਣੇ ਕੱਪੜੇ ਲਾ। ਜਦੋਂ ਆਏ ਉਹਨਾਂ ਨੇ ਜੀ ਆਇਆ ਕਿਹਾ ਤੇ ਕਹਿੰਦੇ ਜੀ ਬਵੋ, ਫੁੱਲ ਵਿਛਾ ਦਿਓ। ਫੁੱਲ ਵਿਛਾ ਦਿੱਤੇ ਉੱਤੇ। ਕਹਿੰਦੇ ਇੱਥੇ ਬੋ। ਕਹਿੰਦੇ ਨਾ ਨਾ ਨਾ, ਇਹ ਤੇ ਪਾਪ ਹੈ। ਕਹਿੰਦੇ ਸੁਖਦੇਵ ਜੀ ਬੜਾ ਕਮਜ਼ੋਰ ਹੈ ਤੁਹਾਡਾ ਸੰਨਿਆਸ ਜਿਹੜਾ ਫੁੱਲਾਂ ਤੋਂ ਡਰ ਗਿਆ ਜੀ। ਕਹਿੰਦੇ ਫੁੱਲ ਤੁਹਾਨੂੰ ਕੀ ਕਹਿੰਦੇ ਨੇ? ਕਹਿੰਦੇ ਨਹੀਂ ਨਹੀਂ, ਇਹ ਤਾਂ ਪਾਪ ਹੈ, ਕੋਈ ਪੁਰਾਣਾ ਜਾਂ ਪਾਟਿਆ ਜਾਂ ਕੱਪੜਾ ਵਿਛਾਓ ਤਾਂ ਮੇਰਾ ਸੰਨਿਆਸ ਕਾਇਮ ਰਹੇਗਾ। ਖੈਰ ਉਹਨੇ ਚਰਚਾ ਸ਼ੁਰੂ ਕੀਤੀ ਵੀ ਤੁਸਾਂ ਇਹ ਕਿਵੇਂ ਦਾ ਯੋਗ ਕਮਾਇਆ ਹੈ ਵੀ ਵਿੱਚ ਬੈਠੇ ਹੋਏ ਹੋ ਸੰਸਾਰ ਦੇ, ਇਸ ਤਰ੍ਹਾਂ ਕਦੀ ਕੋਈ ਯੋਗੀ ਬਣ ਸਕਦਾ? ਗੱਲ ਚੱਲਦੀ ਰਹੀ ਤੇ ਜਨਕ ਨੇ ਇੱਕ ਆਦਮੀ ਨੂੰ ਸਿਖਾਇਆ ਸੀ ਵੀ ਜਦੋਂ ਸਾਨੂੰ ਅੱਧਾ ਕੁ ਘੰਟਾ ਹੋ ਜਾਏ ਤੇ ਤੂੰ ਬਾਹਰੋਂ ਆ ਕੇ ਕਹਿਣਾ ਵੀ ਸ਼ਹਿਰ ਨੂੰ ਅੱਗ ਲੱਗ ਗਈ, ਸ਼ਹਿਰ ਨੂੰ ਅੱਗ ਲੱਗ ਗਈ। ਉਹ ਆਦਮੀ ਦੌੜਿਆ ਦੌੜਿਆ ਬਾਹਰੋਂ ਆਇਆ, ਕਹਿੰਦੇ ਰਾਜਨ ਸ਼ਹਿਰ ਨੂੰ ਅੱਗ ਲੱਗ ਗਈ। ਪਰ ਜਨਕ ਉਸੇ ਤਰ੍ਹਾਂ ਬੈਠੇ ਰਹੇ। ਸੁਖਦੇਵ ਥੋੜਾ ਜਿਹਾ ਕਾਹਲਾ ਪਿਆ ਮੁਨੀ, ਉਹ ਚਲਾ ਗਿਆ। 10 ਮਿੰਟ ਬਾਅਦ ਆਇਆ, ਕਹਿੰਦੇ ਜੀ ਅੱਗ ਇੱਧਰ ਨੂੰ ਆ ਰਹੀ ਜਿੱਥੇ ਅਸੀਂ ਬੈਠੇ ਹੋਏ ਹਾਂ। ਜਨਕ ਫਿਰ ਵੀ ਬੈਠਾ ਰਿਹਾ, ਫਿਰ ਚਲਾ ਗਿਆ। ਉਹ ਕਹਿੰਦੇ ਚਲੋ ਜਾਓ ਪ੍ਰਬੰਧ ਕਰੋ, ਪਾਣੀ ਛਿੜਕੋ। 10 ਮਿੰਟਾਂ ਬਾਅਦ ਫਿਰ ਉਹ ਭੱਜਾ ਭੱਜਾ ਆਇਆ ਕਾਹਲ ਵਿੱਚ। ਉਹਨੇ ਕਿਹਾ ਜੀ ਅੱਗ ਜਿਹੜੀ ਜੇ ਨਾ ਬਿਲਕੁਲ ਆ ਜਿਹੜੀ ਸਭਾ ਲੱਗੀ ਇਹਦੇ ਦਰਵਾਜ਼ੇ ਦੇ ਨੇੜੇ ਆ ਗਈ। ਜਦੋਂ ਉਹਨੇ ਕਿਹਾ ਨਾ ਦਰਵਾਜ਼ੇ ਦੇ ਨੇੜੇ ਆ ਗਈ ਤੇ ਸੁਖਦੇਵ ਆਪਣੇ ਆਸਣ ਤੋਂ ਉੱਠ ਕੇ ਬਾਹਰ ਨੂੰ ਭੱਜ ਪਿਆ। ਜਦੋਂ ਬਾਹਰ ਭੱਜਿਆ ਤੇ ਜਨਕ ਕਹਿੰਦੇ ਨੇ ਵੀ ਸੁਖਦੇਵ ਜੀ ਕੀ ਗੱਲ, ਬੈਠ ਜਾਓ। ਕਹਿੰਦੇ ਜੀ ਤੁਹਾਨੂੰ ਤੇ ਫਿਕਰ ਕੋਈ ਨਹੀਂ, ਸਾਰਾ ਸ਼ਹਿਰ ਸੜ ਚੱਲਿਆ ਤੇ ਤੁਸੀਂ ਕਿੱਧਰ ਚੱਲੇ ਹੋ? ਕਹਿੰਦੇ ਮੈਂ ਜਦੋਂ ਅੰਦਰ ਆਇਆ ਸੀ ਮੈਂ ਆਪਣੀ ਧੋਤੀ ਟੰਗ ਕੇ ਆਇਆ ਦਰਵਾਜ਼ੇ ਦੇ ਅੱਗੇ ਤੇ ਅੱਗ ਆਪੇ ਕਹਿੰਦੇ ਦਰਵਾਜ਼ੇ ਤੱਕ ਆ ਗਈ ਤੇ ਮੈਂ ਆਪਣੀ ਧੋਤੀ ਫੜ ਲਿਆਵਾਂ ਕਿਤੇ ਉਹ ਨਾ ਸੜ ਜਾਏ। ਜਨਕ ਨੇ ਬਾਂਹ ਫੜਦੀ, ਕਹਿੰਦੇ ਆ ਜਾ, ਬਸ ਤੇਰਾ ਬ੍ਰਹਮ ਗਿਆਨ ਇਹੀ ਸੀ। ਕੀ ਫਰਕ ਪਿਆ, ਤੂੰ ਐਡਾ ਵੱਡਾ ਸੰਸਾਰ ਛੱਡ ਕੇ ਚਲਾ ਗਿਆ, ਪਕੜ ਤੇ ਉੱਥੇ ਧੋਤੀ ਦੀ ਉੱਥੇ ਦੀ ਉੱਥੇ ਖੜੀ। ਕੀ ਪਕੜ ਥੋੜੀ ਚੀਜ਼ ਦੀ ਕੀ ਜਾਂਦੀ, ਕਿ ਪਕੜ ਤੇ ਪਕੜੀ ਹੈ ਨਾ। ਤੇਰਾ ਮਨ ਧੋਤੀ ਵਿੱਚ ਹੀ ਫਸਿਆ ਹੈ, ਉਹਨੂੰ ਬਚਾਉਣ ਵਾਸਤੇ। ਅੰਦਰੋਂ ਸੰਸਾਰ ਤੂੰ ਨਹੀਂ ਛੱਡਿਆ, ਅੰਦਰਲੀ ਦੁਨੀਆ ਨਹੀਂ ਛੱਡੀ। ਇਸ ਕਰਕੇ ਜਿਵੇਂ ਭਾਈ ਗੁਰਦਾਸ ਜੀ ਕਹਿੰਦੇ ਪ੍ਰਾਹੁਣੇ ਵਾਂਗ, ਇਸ ਤਰ੍ਹਾਂ ਕਲਗੀਧਰ ਪਾਤਸ਼ਾਹ ਕਹਿੰਦੇ ਰੇ ਮਨ ਐਸੋ ਕਰ ਸੰਨਿਆਸਾ, ਰੇ ਮਨ ਐਸੋ ਕਰ ਸੰਨਿਆਸਾ, ਰੇ ਮਨ ਐਸੋ ਰੇ ਮਨ ਐਸੋ ਕਰ ਸੰਨਿਆਸਾ, ਰੇ ਮਨ ਐਸੋ ਕਰ ਸੰਨਿਆਸਾ।
ਬਨ ਸੇ ਸਦਨ ਸਭੇ ਕਰ ਸਮਝੋ, ਬਨ ਸੇ ਸਦਨ ਸਭੇ ਕਰ ਸਮਝੋ। ਮਨ ਹੀ ਮਾਹੇ ਉਦਾਸਾ, ਮਨ ਹੀ ਮਾਹੇ ਉਦਾਸਾ, ਮਨ ਹੀ ਮਾਹੇ ਉਦਾਸਾ, ਮਨ ਹੀ ਮਾਹੇ ਉਦਾਸਾ। ਰੇ ਮਨ ਐਸੋ ਕਰ ਸੰਨਿਆਸਾ, ਰੇ ਮਨ ਐਸੋ ਕਰ ਸੰਨਿਆਸਾ। ਇਹ ਜੁਗਤ ਗੁਰੂ ਸਾਹਿਬ ਨੇ ਦਿੱਤੀ, ਅੰਦਰੋਂ ਸੰਨਿਆਸ ਰੱਖਣਾ, ਪਦਾਰਥ ਦੇ ਵਿੱਚ ਰਹੀ ਜਾਣਾ। ਕਹਿੰਦੇ ਰਾਜੀ ਹੋਏ ਰਜਾਏ ਵਿੱਚ, ਦੁਨੀਆ ਅੰਦਰ ਜਿਉਂ ਮਹਿਮਾਨਾ। ਵਿਸਮਾਦੀ ਵਿਸਮਾਦ ਵਿੱਚ, ਵਿਸਮਾਦੀ ਵਿਸਮਾਦ ਸ਼ਬਦ ਗੁਰਬਾਣੀ ਵਿੱਚ ਬਹੁਤ ਵਾਰੀ ਆਇਆ ਹੈ। ਵਿਸਮਾਦ ਦੇ ਅਰਥ ਨੇ ਜਿਵੇਂ ਇੱਕ ਨਸ਼ਈ ਨਸ਼ੇ ਵਿੱਚ ਧੁੱਤ ਹੋ ਕੇ ਫਿਰਦਾ ਹੈ, ਕੋਈ ਉਹਨੂੰ ਚਿੰਤਾ ਨਹੀਂ, ਕੋਈ ਫਿਕਰ ਨਹੀਂ, ਉਹਦੇ ਆਲੇ ਦੁਆਲੇ ਕਲਪ ਕੇ ਮਰ ਜਾਓ ਵੀ ਫਲਾਣਾ ਕੰਮ ਇਹ ਪਿਆ ਉਹ ਹੈ, ਘਰ ਦੇ ਕਲਪੀ ਜਾਣਗੇ, ਉਹਨੂੰ ਕੋਈ ਅਸਰ ਨਹੀਂ ਹੁੰਦਾ, ਉਹ ਆਪਣੀ ਮੌਜ ਵਿੱਚ ਮਸਤ ਹੈ। ਇਸੇ ਤਰ੍ਹਾਂ ਧਰਮ ਦੇ ਨਸ਼ੇ ਦੀ ਇੱਕ ਅਵਸਥਾ ਹੈ ਕਿ ਉਹ ਐਸੇ ਵਿਸਮਾਦ ਵਿੱਚ ਰਹਿੰਦਾ ਹੈ ਵੀ ਜੋ ਵੀ ਆਲੇ ਦੁਆਲੇ ਹੁੰਦਾ ਰਹੇ ਉਹਦਾ ਉਹਦੇ ਉੱਤੇ ਕੋਈ ਅਸਰ ਨਹੀਂ ਪੈਂਦਾ। ਉਹਨੂੰ ਪੀਣੀ ਨਹੀਂ ਪੈਂਦੀ ਆ ਝੂਠੀ ਸ਼ਰਾਬ ਜਿਹੜੀ, ਨਾ ਉਹ ਲੈਂਦੀ, ਲਗਾਤਾਰ ਇਸੇ ਹਾਲਤ ਵਿੱਚ ਰਹਿੰਦਾ। ਉੱਥੇ ਨਾ ਕੋਈ ਕੰਮ ਤੋਂ ਫਿਕਰ, ਨਾ ਕੋਈ ਚਿੰਤਾ, ਨਾ ਕੱਲ ਨੂੰ ਕੀ ਹੋਵੇਗਾ, ਨਾ ਅੱਜ ਕੀ ਹੋਇਆ, ਬਸ ਆਪਣੇ ਮੌਜ ਮੇਲੇ ਜਾਇ ਤੁਰਿਆ ਫਿਰਦਾ। ਹੈ ਬੜੀ ਕਠਿਨ ਅਵਸਥਾ ਪ੍ਰਾਪਤ ਕਰਨੀ, ਪਰ ਜਿਹਨੂੰ ਉਹ ਮਿਲ ਗਈ ਬਸ ਉਹਦੀ ਸਾਰੀ ਖਲਾਸੀ ਹੋ ਗਈ ਆ। ਜੋ ਕੁਝ ਆਲੇ ਦੁਆਲੇ ਸਾਡੇ ਤੁਰਿਆ ਫਿਰਦਾ ਉਹਨੂੰ ਕਹਿੰਦੇ ਗੁਰਮੁਖ ਫਿਰ ਵਿਸਮਾਦ ਵਿੱਚ ਚਲਾ ਗਿਆ। ਵਿਸਮਾਦੀ ਵਿਸਮਾਦ ਵਿੱਚ ਤੇ ਦਿਨ ਰਾਤ ਉਹ ਕੁਦਰਤ ਕਾਦਰ ਨੂੰ ਕੁਰਬਾਨ ਹੀ ਹੋਈ ਜਾਂਦਾ, ਦਿਨ ਰਾਤ ਖੁਸ਼ੀ ਵਿੱਚ ਕੁਰਬਾਨ ਹੋਈ ਜਾਂਦਾ। ਲੇਪ ਅਲੇਪ ਸਦਾ ਨਿਰਵਾਣਾ, ਦੁਨੀਆ ਦਾ ਉਹਦੇ ਉੱਤੇ ਲੇਪ ਪ੍ਰਭਾਵ ਨਹੀਂ ਪੈਂਦਾ, ਅਲਿਪਤ ਹੋ ਜਾਂਦਾ ਹੈ। ਪਰ ਇਹ ਸਾਰਾ ਕੁਝ ਕਿਵੇਂ ਹੋਇਆ? ਕਹਿੰਦੇ ਹੁਕਮੀ ਬੰਦਾ ਹੋਏ ਕੈ, ਸਾਹਿਬ ਦੇ ਹੁਕਮਾਂ ਵਿੱਚ ਰਹਿਣਾ, ਹੁਕਮ ਦੇ ਵਿੱਚ ਤੁਰਨਾ, ਹੁਕਮ ਦੇ ਵਿੱਚ ਵਿਚਰਨਾ ਲਗਾਤਾਰ। ਕਹਿੰਦੇ ਹੁਕਮੈ ਅੰਦਰ ਸਭ ਕੋ, ਸਭਨਾ ਆਵਟਨ ਸਹਿਣਾ। ਹੁਕਮ ਦੇ ਵਿੱਚ ਰਹੀ ਜਾਣਾ ਤੇ ਗੁਰੂ ਦੇ ਹੁਕਮ ਦੇ ਸੇਕ ਵਿੱਚ, ਉਬਾਲੇ ਵਿੱਚ ਭਾਵੇਂ ਕਿੰਨਾ ਸੇਕ ਲੱਗੇ ਪਰ ਉਸ ਹੁਕਮ ਨੂੰ ਮੰਨੀ ਵੀ ਜਾਣਾ, ਨਾ ਨਹੀਂ ਕਰਨੀ। ਆਵਟਨ ਦਾ ਅਰਥ ਹੈ ਸੇਕ ਸਹਿਣਾ। ਕਹਿੰਦੇ ਦਿਲ ਦਰਿਆਓ ਸਮਾਉ ਕਰ, ਗਰਭ ਗਵਾਏ ਗਰੀਬੀ ਵਹਿਣਾ। ਦਿਲ ਦਰਿਆਓ ਬੜੇ ਘੱਟ ਲੋਕਾਂ ਕੋਲ ਹੁੰਦਾ। ਇੱਕ ਹੁੰਦਾ ਦਿਲ ਸਕਰੀਨ, ਛੋਟਾ ਮਨ, ਇੱਕ ਹੁੰਦਾ ਵਿਸ਼ਾਲ, ਆਲ ਰਾਊਂਡਰ, ਚੌਵਾਂ ਪਾਸੇ ਕੰਟਰੋਲ ਕਰੀ ਜਾਂਦਾ। ਜਦੋਂ ਅਸੀਂ ਸ਼ੁਰੂ ਵਿੱਚ ਧਰਮੀ ਬਣਦੇ ਹਾਂ ਨਾ, ਉਦੋਂ ਇੱਕ ਰੋਗ ਤੋਂ ਬੰਦਾ ਪੀੜਿਤ ਹੁੰਦਾ, ਉਹਨੂੰ ਕਹਿੰਦੇ ਮਨ ਦਾ ਦਾਇਰਾ ਬੜਾ ਛੋਟਾ ਹੁੰਦਾ। ਉਹ ਜੇ ਗੁਰਦੁਆਰੇ ਵੀ ਆਇਆ ਉਹ ਕਹੇਗਾ ਜੀ ਫਲਾਣਾ ਸਿੰਘ ਉਹ ਇਸ ਤਰ੍ਹਾਂ ਦਾ ਕਿਉਂ ਬੈਠਾ ਸੀ, ਉਹਨੇ ਆਹ ਮਰਿਆਦਾ ਭੰਗ ਕਰ ਦਿੱਤੀ, ਉਹਨੇ ਪ੍ਰਸ਼ਾਦਾ। ਇਹ ਜਦੋਂ ਸਕਰੀਨ ਮਨ, ਛੋਟਾ ਮਨ, ਉਦੋਂ ਇਹ ਚੀਜ਼ਾਂ ਬੜਾ ਤੰਗ ਕਰਦੀਆਂ ਬੰਦੇ ਨੂੰ। ਪਰ ਜਦੋਂ ਵਿਸ਼ਾਲਤਾ ਆ ਜਾਏਗੀ ਉਹ ਫਿਰ ਸਾਧ ਸੰਗਤ ਦੀ ਚੀਜ਼ਾਂ ਨੂੰ ਉਲੰਘੀ ਜਾਂਦਾ, ਆਪਣਾ ਕੰਮ ਕਰਦਾ, ਬਾਹਰਲੀਆਂ ਚੀਜ਼ਾਂ ਦਾ ਉਹਦੇ ਤੇ ਅਸਰ ਨਹੀਂ ਪੈਂਦਾ। ਜੇ ਉਹ ਕਵੇ ਵੀ ਕਿਸੇ ਨੂੰ ਮਰਿਆਦਾ ਦੇ ਅਨੁਸਾਰ ਤਾਂ ਉਹ ਇੱਕ ਢੰਗ ਨਾਲ ਕਹਿੰਦਾ, ਉਹਦੇ ਨਾਲ ਝਗੜਦਾ ਨਹੀਂ, ਦੁਖੀ ਨਹੀਂ ਹੁੰਦਾ। ਉਹਨੂੰ ਕਹਿੰਦੇ ਨੇ ਦਿਲ ਦਰਿਆਓ। ਦਿਲ ਤਾਂ ਖੁੱਲੇ ਹੋ ਜਾਣਾ ਮਨ ਦਾ, ਸਮਾਉ ਕਰ, ਉਸ ਅਵਸਥਾ ਵਿੱਚ ਸਮਾਇਆ ਰਹਿੰਦਾ। ਗਰਭ ਗਵਾਏ, ਹੰਕਾਰ ਨੂੰ ਗਵਾ ਕੇ ਗਰੀਬੀ ਵਹਿਣਾ, ਗਰੀਬੀ ਦੀ ਨਦੀ ਵਿੱਚ ਵਹੀ ਜਾਣਾ, ਨਿਮਰਤਾ ਵਿੱਚ। 20-21 ਉਲੰਘ ਕੈ ਸਾਧ ਸੰਗਤ ਸਿੰਘਾਸਨ ਬਹਿਣਾ। ਸੰਸਾਰ ਦੇ ਝਗੜਿਆਂ ਵਿੱਚੋਂ ਪਾਰ ਹੋ ਕੇ ਇੱਕ ਓੰਕਾਰ ਵਾਹਿਗੁਰੂ ਵਿੱਚ ਜੁੜ ਕੇ ਤੇ ਸਾਧ ਸੰਗਤ ਦੇ ਸਿੰਘਾਸਨ ਦੇ ਵਿੱਚ ਟਿਕ ਜਾਂਦਾ ਹੈ। ਸ਼ਬਦ ਸੁਰਤ ਲਿਵ ਲੀਨ ਹੋਏ, ਅੰਨ ਭਉ ਅਘੜ ਗੜਾਏ ਗਹਿਣਾ। ਜਿਵੇਂ ਗਹਿਣਾ ਘੜਨ ਵਾਸਤੇ ਉਸ ਸੋਨੇ ਨੂੰ ਅੱਗ ਵਿੱਚੋਂ ਤਾ ਕੇ ਸੁਨਿਆਰ ਘੜ ਕੇ ਸੋਹਣੇ ਗਹਿਣੇ ਬਣਾ ਦਿੰਦਾ ਹੈ, ਇਸ ਤਰ੍ਹਾਂ ਉਸ ਗੁਰਮੁਖ ਦਾ ਜੀਵਨ ਅਕਾਲ ਪੁਰਖ ਦੇ ਨਾਮ ਦੁਆਰਾ ਸ਼ਬਦ ਸੁਰਤ ਵਿੱਚ ਲੀਨ ਹੋ ਕੇ ਜੀਵਨ ਘੜਿਆ ਗਿਆ, ਭਾਵ ਚੜ੍ਹਦੀ ਕਲਾ ਵਿੱਚ ਉੱਚਾ ਜੀਵਨ ਬਣ ਗਿਆ।
ਕਹਿੰਦੇ ਨੇ ਸਿਦਕ ਸਬੂਰੀ ਸਾਬਤਾ, ਸ਼ਾਕਰ ਸ਼ੁਕਰ ਨਾ ਦੇਣਾ ਲੈਣਾ। ਉਹ ਸਦਾ ਸ਼ੁਕਰ ਵਿੱਚ ਵਸਦਾ, ਫਿਰ ਉਹਦਾ ਦੇਣਾ ਲੈਣਾ ਮੁੱਕ ਗਿਆ। ਕੋਈ ਕਰਮ ਉਹਨੂੰ ਬੰਨ੍ਹਦਾ ਨਹੀਂ। ਜਿਵੇਂ ਹਰ ਇੱਕ ਕਰਮ ਸਾਨੂੰ ਬੰਧਨ ਵਿੱਚ ਪਾ ਦਿੰਦਾ, ਭਾਵੇਂ ਮਾੜਾ ਹੈ ਭਾਵੇਂ ਚੰਗਾ ਹੈ। ਕੋਈ ਵੀ ਕੰਮ ਕਰਨੇ ਆ ਉਹਦੇ ਵਿੱਚ ਸਾਡਾ ਮਨ ਵੱਜ ਜਾਂਦਾ, ਫਸ ਜਾਂਦਾ ਹੈ। ਪਰ ਜਿਹੜਾ ਗੁਰਮੁਖ ਹੈ ਉਹ ਸਿਦਕ ਵਿੱਚ ਰਹਿੰਦਾ। ਸਿਦਕ ਦਾ ਅਰਥ ਹੈ ਸੰਤੋਖ ਵਿੱਚ ਰਹਿਣਾ, ਧੀਰਜ ਵਿੱਚ ਰਹਿਣਾ, ਟਿਕਾ ਦੇ ਵਿੱਚ ਟਿਕੇ ਰਹਿਣਾ। ਸਿਦਕ ਇੱਕ ਬੜੀ ਵੱਡੀ ਅੰਦਰ ਦੀ ਦਾਤ ਹੈ। ਸਿਦਕ ਵਿੱਚ ਰਹਿੰਦਾ, ਸਬੂਰੀ ਸਬਰ ਵਿੱਚ ਰਹਿੰਦਾ, ਸਾਬਤਾ ਤੇ ਮਨ ਨੂੰ ਸਾਬਤ ਰੱਖਦਾ ਹੈ, ਮਨ ਦੇ ਟੁਕੜੇ ਮਨ ਨੂੰ ਡੋਲਣ ਨਹੀਂ ਦਿੰਦਾ। ਇਸ ਤਰ੍ਹਾਂ ਉਹ ਸਾਬਤ ਰਹਿੰਦਾ। ਤੇ ਸ਼ਾਕਰ, ਸ਼ਾਕਰ ਦਾ ਅਰਥ ਸ਼ੁਕਰ ਹੀ ਕਰਦਾ ਰਹਿੰਦਾ, ਦਿਨ ਰਾਤ ਸ਼ੁਕਰ ਕਰਦਾ ਰਹਿੰਦਾ। ਕਹਿੰਦੇ ਨੇ ਨਾ ਦੇਣਾ ਲੈਣਾ, ਫਿਰ ਉਹਦਾ ਲੈਣ ਦੇਣ ਖਤਮ ਹੋ ਗਿਆ, ਉਹਦੇ ਕਰਮਾਂ ਦੀ ਲੜੀ ਟੁੱਟ ਗਈ, ਦੁੱਖ ਖਤਮ ਹੋ ਗਏ। ਕਹਿੰਦੇ ਨੇ ਉਹ ਫਿਰ ਨੀਰ ਨਾ ਡੁੱਬਣ ਅੱਗ ਨਾ ਦੇਣਾ, ਨਾ ਤੇ ਉਹ ਪਾਣੀ ਵਿੱਚ ਡੁੱਬਦਾ ਤੇ ਨਾ ਅੱਗ ਵਿੱਚ ਸੜਦਾ। ਯਾਨੀ ਕਿ ਨਾ ਉਹ ਮਾਇਆ ਦੀ ਅੱਗ ਵਿੱਚ ਸੜਦਾ, ਨਾ ਤ੍ਰਿਸ਼ਨਾ ਦੀ ਅੱਗ ਵਿੱਚ ਸੜਦਾ, ਨਾ ਇੱਥੇ ਦੁਬਦਾ ਦੇ ਪਾਣੀ ਵਿੱਚ ਉਹ ਡੁੱਬਦਾ। ਭਾਵ ਇਹਨਾਂ ਤੋਂ ਪਾਰ ਹੋ ਜਾਂਦਾ ਔਰ ਇੱਕ ਅਕਾਲ ਪੁਰਖ ਦੇ ਨਾਲ ਸਾਂਝ ਪਾ ਲੈਂਦਾ। ਇਹ ਸਾਰੀਆਂ ਅਵਸਥਾਵਾਂ ਉਹ ਪ੍ਰਾਪਤੀ ਦੀਆਂ, ਜਿਹੜਾ ਗੁਰਮੁਖ ਇਸ ਮਾਰਗ 'ਤੇ ਤੁਰ ਕੇ ਗੁਰੂ ਦੇ ਹੁਕਮ ਵਿੱਚ ਤੁਰਨ ਵਾਲਾ। ਆਓ ਪਿਆਰ ਵਿੱਚ ਗੁਰੂ ਕੇ ਸ਼ਬਦ ਨਾਲ ਸਾਂਝ ਪਾਈਏ। ਸਾਰੇ ਪਿਆਰ ਸਾਹਿਬ ਚੌਂਕੜਾ ਮਾਰ ਕੇ ਧਿਆਨ ਲਾ ਕੇ ਜੁੜੋ ਔਰ ਪਿਆਰ ਸਾਹਿਬ ਉਚਾਰਨ ਕਰੋ ਜੀ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ